हेलो एवरीवन, मेरा नाम निष्ठा बंसल है। मैं एक फाइनल ईयर एमबीबीएस स्टूडेंट था एम्स भोपाल 'ਚ। मैंने अपना नीट 2020 'ਚ ਦਿੱਤਾ ਸੀਗਾ ਤੇ ਮੇਰੇ ਮਾਰਕਸ 683 ਸੀਗੇ ਤੇ ਮੇਰਾ ਰੈਂਕ 484 ਸੀਗਾ। ਆਪਾਂ ਨੇ ਇੱਕ ਚੈਪਟਰ ਸ਼ੁਰੂ ਕੀਤਾ ਸੀ ਸੈਲ ਸਾਈਕਲ ਐਂਡ ਸੈਲ ਡਿਵੀਜ਼ਨ। ਉਹਦੇ ਅੰਦਰ ਹੁਣ ਤੱਕ ਆਪਾਂ ਨੇ ਸੈਲ ਸਾਈਕਲ ਦੇ ਬਾਰੇ ਪੜ੍ਹਿਆ ਤੇ ਸੈਲ ਸਾਈਕਲ ਦੇ ਫੇਜ਼ਸ ਦੇ ਬਾਰੇ ਪੜ੍ਹਿਆ ਕਿ ਇੰਟਰਫੇਸ ਹੁੰਦਾ ਤੇ ਐਮ ਫੇਜ਼ ਹੁੰਦਾ। ਫਿਰ ਉਸ ਤੋਂ ਬਾਅਦ ਆਪਾਂ ਨੇ ਮਾਈਟੋਸਿਸ ਤੇ ਐਮ ਫੇਜ਼ ਨੂੰ ਵੀ ਇਨ ਡਿਟੇਲ 'ਚ ਡਿਸਕਸ ਕਰ ਲਿੱਤਾ ਕਿ ਪ੍ਰੋਫੇਜ਼, ਮੈਟਾਫੇਜ਼, ਐਨਾਫੇਜ਼ ਤੇ ਟੀਲੋਫੇਜ਼ ਦੇ ਅੰਦਰ ਕਿਹੜੇ-ਕਿਹੜੇ ਕੈਰੈਕਟਰਿਸਟਿਕ ਇਵੈਂਟਸ ਹੁੰਦੇ ਨੇ ਤੇ ਸਾਈਟੋਕਾਈਨੇਸਿਸ ਕਿਵੇਂ ਹੁੰਦਾ ਹੈ ਮਾਈਟੋਸਿਸ ਦੇ। ਹੁਣ ਅੱਜ ਆਪਾਂ ਸਟਾਰਟ ਕਰਾਂਗੇ ਮਿਓਸਿਸ ਕੀ ਹੁੰਦਾ। ਮਿਓਸਿਸ ਹੁੰਦਾ ਕਿ ਜਦੋਂ ਆਫਸਪ੍ਰਿੰਗ ਦੀ ਪ੍ਰੋਡਕਸ਼ਨ ਹੁੰਦੀ ਹੈ ਬਾय ਸੈਕਸ਼ੂਅਲ ਰੀਪਰੋਡਕਸ਼ਨ, so the fusion of two gametes takes place, which is each with a complete haploid set of chromosomes. ਜਿਹੜੇ ਵੀ ਗੇਮੇਟਸ ਹੁੰਦੇ ਸਾਰੇ ਹੈਪਲੋਇਡ ਹੁੰਦੇ ਆ ਤੇ ਉਹਨਾਂ ਦਾ ਫਿਊਜ਼ਨ ਹੁੰਦਾ ਤਾਂ ਕੰਪਲੀਟ ਸੈਟ ਆਫ ਹੈਪਲੋਇਡ ਕ੍ਰੋਮੋਸੋਮਸ ਨਾਲ ਡਿਪਲੋਇਡੀ ਆਫ ਦੀ ਆਰਗੈਨਿਜ਼ਮ ਇਜ਼ ਰੀਸਟੋਰਡ। ਹੁਣ ਜਿਹੜੇ ਗੇਮੇਟਸ ਹੁੰਦੇ ਨੇ ਉਹ ਸਪੈਸ਼ਲਾਈਜ਼ਡ ਡਿਪਲੋਇਡ ਸੈਲਸ ਤੋਂ ਬਣਦੇ ਨੇ ਤੇ this specialized kind of cell division that reduces the chromosome number by half results in the production of haploid daughter cells. ਤੇ ਇੱਕ ਸਪੈਸ਼ਲਾਈਜ਼ਡ ਡਿਵੀਜ਼ਨ ਹੁੰਦੀ ਹੈ ਜਿਹਦੇ ਅੰਦਰ ਕ੍ਰੋਮੋਸੋਮ ਨੰਬਰ ਹਾਫ ਹੋ ਜਾਂਦਾ ਤੇ ਉਹਦੇ ਕਰਕੇ ਗੈਮੀਟਸ ਹੈਪਲੋਇਡ ਹੋ ਜਾਂਦੇ ਨੇ। ਹੁਣ ਇਹ ਵਾਲੀ ਡਿਵੀਜ਼ਨ ਨੂੰ ਕੀ ਬੋਲਦੇ ਨੇ? ਮਿਓਸਿਸ। Meiosis ensures the production of haploid phase in the life cycle of sexually reproducing organisms, whereas fertilization restores the diploid phase. मतलब meiosis ਕੀ ਕਰਦੇ हैं, एक haploid phase आंदा है life cycle ਦੇ ਅੰਦਰ ਤੇ ਜਿਹੜਾ ਫਰਟੀਲਾਈਜੇਸ਼ਨ ਹੈ ਉਹਦੇ ਅੰਦਰ ਡਿਪਲੋਇਡੀ ਰੀਸਟੋਰ ਹੋ ਜਾਂਦੀ ਹੈ। ਹੁਣ we come across meiosis during gametogenesis in plants and animals. This leads to the formation of haploid gametes. ਹੁਣ ਜਿਹੜੇ ਹੈਪਲੋਇਡ ਗੈਮੀਟਸ ਹੈ ਉਹ ਮਿਓਸਿਸ ਦੇ ਬਾਅਦ ਹੀ ਬਣਦੇ ਨੇ ਤੇ ਕੀ ਫੀਚਰ ਆਫ ਮਿਓਸਿਸ ਆਰ ਐਸ ਫੋਲੋਜ਼। ਜਿਹੜਾ ਮਿਓਸਿਸ ਹੈ ਉਹਦੇ ਅੰਦਰ ਦੋ ਸਿਕੁਐਂਸ਼ੀਅਲ ਸਾਈਕਲਸ ਹੁੰਦੇ ਨੇ ਨਿਊਕਲੀਅਰ ਤੇ ਸੈਲ ਡਿਵੀਜ਼ਨ ਦੇ, ਜਿਹਨੂੰ ਮਿਓਸਿਸ 1 ਐਂਡ ਮਿਓਸਿਸ 2 ਬੋਲਦੇ ਨੇ। ਬਟ ਓਨਲੀ ਅ ਸਿੰਗਲ ਸਾਈਕਲ ਆਫ ਡੀਐਨਏ ਰੈਪਲੀਕੇਸ਼ਨ ਦਾ ਸਿਰਫ ਸਿੰਗਲ ਸਾਈਕਲ ਹੁੰਦਾ ਕਿ ਨਿਊਕਲੀਅਰ ਡਿਵੀਜ਼ਨ ਤੇ ਸੈਲ ਡਿਵੀਜ਼ਨ ਦੇ ਦੋ ਸਾਈਕਲ ਹੋ ਗਏ ਪਰ ਡੀਐਨਏ ਰੈਪਲੀਕੇਸ਼ਨ ਦਾ ਸਿਰਫ ਸਿੰਗਲ ਸਾਈਕਲ ਹੋਇਆ ਤਾਂ ਮਤਲਬ ਇਹਦੇ ਥਰੂ ਤਾਂ ਹੈਪਲੋਇਡ ਹੋ ਜਾਏਗਾ ਸੈਲ ਐਂਡ that is what is the goal of meiosis. Meiosis 1 ਜਿਹੜਾ ਹੁੰਦਾ ਉਹ ਹੁੰਦਾ ਕਿ parental chromosomes have replicated to produce identical sister chromatids at the S phase. ਕਿ S phase ਦੇ ਅੰਦਰ ਤਾਂ ਹੋ ਗਿਆ ਹੈ ਕਿ parental chromosomes ਬਣ ਗਏ ਹੈ ਤੇ S phase ਦੇ ਅੰਦਰ ਉਹਨਾਂ ਦੀ replication ਵੀ ਹੋ ਗਈ ਹੈ। ਹੁਣ ਜਿਹੜਾ ਮਿਓਸਿਸ ਹੈ ਉਹਦੇ ਨਾਲ ਇਨਵੋਲਵਿੰਗ ਹੁੰਦੀ ਪੇਅਰਿੰਗ ਆਫ ਹੋਮੋਲੋਗਸ ਕ੍ਰੋਮੋਸੋਮਸ ਐਂਡ ਰੀਕੰਬੀਨੇਸ਼ਨ ਬਿਟਵੀਨ ਨॉन ਸਿਸਟਰ ਕ੍ਰੋਮੈਟਿਡਸ ਆਫ ਹੋਮੋਲੋਗਸ ਕ੍ਰੋਮੋਸੋਮ। ਹੁਣ ਰੀਕੰਬੀਨੇਸ਼ਨ ਵਰਡ ਇੱਕ ਨਵਾਂ ਵਰਡ ਹੈ ਉਰੇ, ਇਹਦੇ ਬਾਰੇ ਆਪਾਂ ਅੱਗੇ ਹੁਣ ਡਿਟੇਲ ਦੇ ਅੰਦਰ ਡਿਸਕਸ ਕਰਾਂਗੇ ਕਿ ਪੇਅਰਿੰਗ ਆਫ ਹੋਮੋਲੋਗਸ ਕ੍ਰੋਮੋਸੋਮਸ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਰੀਕੰਬੀਨੇਸ਼ਨ ਹੁੰਦੀ ਬਿਟਵੀਨ ਨॉन ਸਿਸਟਰ ਕ੍ਰੋਮੈਟਿਡਸ ਆਫ ਹੋਮੋਲੋਗਸ ਕ੍ਰੋਮੋਸੋਮ। ਆ ਹੁਣ ਪੂਰੀ ਲਾਈਨ ਹੀ ਬਹੁਤ ਇੰਪੋਰਟੈਂਟ ਹੈ। ਸਭ ਤੋਂ ਪਹਿਲੇ ਇਹਨੇ ਕੀ ਦੱਸਿਆ ਕਿ ਪੇਅਰਿੰਗ ਹੁੰਦੀ ਹੈ ਕਿਹੜੇ ਕ੍ਰੋਮੋਸੋਮਸ ਦੇ ਅੰਦਰ? ਹੋਮੋਲੋਗਸ। ਰੀਕੰਬੀਨੇਸ਼ਨ ਹੁੰਦੀ ਹੈ ਕਿਹੜੇ ਕ੍ਰੋਮੈਟਿਡਸ ਦੇ ਅੰਦਰ? ਨॉन ਸਿਸਟਰ ਕ੍ਰੋਮੈਟਿਡਸ। ਉਹ ਕਿਹੜੇ ਕ੍ਰੋਮੋਸੋਮਸ ਦੇ ਅੰਦਰ? ਹੋਮੋਲੋਗਸ ਕ੍ਰੋਮੋਸੋਮਸ। ਠੀਕ ਹੈ, ਤੇ ਮਿਓਸਿਸ 2 ਦੇ ਐਂਡ ਤੇ 4 ਹੈਪਲੋਇਡ ਸੈਲਸ ਬਣ ਜਾਂਦੇ ਨੇ। Meiotic events can be grouped under the following phases. ਕਿ meiosis 1 ਦੇ ਅੰਦਰ prophase 1, metaphase 1, anaphase 1, telophase 1. And similarly to in the prophase 2, metaphase 2, anaphase 2, telophase 2. The prophase of the meiotic division is typically longer and more complex when compared to prophase of mitosis. ਹੁਣ ਜਿਹੜਾ prophase of meiosis ਹੈ ਫਰਸਟ meiotic division ਦਾ ਹੁੰਦਾ ਹੈ ਉਹ ਇੱਕ ਤਾਂ longer ਹੋਏਗਾ, more complex ਹੋਏਗਾ when compared to prophase of mitosis. ठीक है, it has been further subdivided into following 5 phases based on chromosomal behavior. ਹੁਣ ਜਿਹੜਾ ਆਪਣਾ meiosis 1 ਦਾ prophase ਹੈ ਉਹਨੂੰ ਵੀ ਅੱਗੇ ਹਜੇ
5 ਸਟੇजेस ਦੇ ਅੰਦਰ 5 ਫੇਸਿਸ ਦੇ ਅੰਦਰ ਸਬ ਡਿਵਾਈਡ ਕੀਤਾ ਗਿਆ। ਉਹਨਾਂ ਦੇ ਨੇਮਸ ਕੀ ਨੇ? ਲੈਪਟੋਟੀਨ, ਜ਼ਾਈਗੋਟੀਨ, ਪੈਕੀਟੀਨ, ਡਿਪਲੋਟੀਨ ਤੇ ਡਾਇਕਾਇਨੇਸਿਸ। ਲੈਪਟੋਟੀਨ, ਜ਼ਾਈਗੋਟੀਨ, ਪੈਕੀਟੀਨ, ਡਿਪਲੋਟੀਨ, ਡਾਇਕਾਇਨੇਸਿਸ। ਇਸ ਲਈ ਇੱਕ ਨਿਮੋਨਿਕ ਅਗਰ ਤੁਸੀਂ ਯਾਦ ਰੱਖਣਾ ਚਾਹੁੰਦੇ ਹੋ ਜਾਂ ਫਿਰ ਹੋਰ ਵੀ ਮਲਟੀਪਲ ਨਿਮੋਨਿਕਸ ਤੁਸੀਂ ਖੁਦ ਤੋਂ ਬਣਾ ਸਕਦੇ ਹੋ। ਇਹਦੇ ਨਾਲ ਯਾਦ ਰੱਖ ਸਕਦੇ ਲਤਾ, ਜ਼ਰਾ, ਪਾਣੀ, ਦੇ ਦੇਣਾ। ਇਹਦੇ ਨਾਲ ਥੋੜਾ ਯਾਦ ਰੱਖ ਸਕਦੇ ਕਿ ਲੈਪਟੋਟੀਨ, ਜ਼ਾਈਗੋਟੀਨ, ਪੈਕੀਟੀਨ, ਡਿਪਲੋਟੀਨ ਤੇ ਡਾਇਕਾਇਨੇਸਿਸ। ਇਹਨਾਂ ਡੀਸ ਦੇ ਅੰਦਰ ਕੈਮੀਕਲ ਫਿਊਜ਼ਨ ਹੋਈ, ਸਭ ਤੋਂ ਅੱਗੇ ਟੀਨ ਆ ਰਹੀ ਤਾਂ ਡਿਪਲੋਟੀਨ ਵੀ ਪਹਿਲਾਂ ਆਏਗਾ, ਉਸ ਤੋਂ ਬਾਅਦ ਐਂਡ ਤੇ ਆਏਗਾ ਡਾਇਕਾਇਨੇਸਿਸ। ਹੁਣ ਆਪਾਂ ਸਟਾਰਟ ਕਰਦੇ ਲੈਪਟੋਟੀਨ ਦੇ ਅੰਦਰ ਕੀ ਹੁੰਦਾ। ਠੀਕ ਹੈ, ਸਭ ਤੋਂ ਪਹਿਲਾਂ ਲੈਪਟੋਟੀਨ ਹੁੰਦਾ, ਉਹਦੇ ਅੰਦਰ ਹੁੰਦਾ ਕਿ ਕ੍ਰੋਮੋਸੋਮਸ ਬਿਕਮ ਗ੍ਰੈਜੂਅਲੀ ਵਿਜ਼ੀਬਲ ਅੰਡਰ ਦੀ ਲਾਈਟ ਮਾਈਕਰੋਸਕੋਪ। ਜਿਹੜੇ ਕ੍ਰੋਮੋਸੋਮਸ ਹੈ ਉਹ ਗ੍ਰੈਜੂਅਲੀ ਵਿਜ਼ੀਬਲ ਹੋਣਗੇ ਲਾਈਟ ਮਾਈਕਰੋਸਕੋਪ ਦੇ ਅੰਦਰ। The compaction of chromosome continues throughout the leptotype, and this is followed by the second phase of prophase. The leptotype की characteristic की होगी कि क्रोमोसोम से और लाइट माइक्रोस्कोप के अंदर विजिबल होना शुरू हो जाते हैं। ਹੁਣ ਜਿਹੜਾ ਲੈਪਟੋਟੀਨ ਹੈ, it is also called bouquet phase. Leptotype also called bouquet phase. ਇਹਦੇ ਨਾਮ ਤੇ ਇੱਕ ਹੋਰ ਚੀਜ਼ ਹੈ, ਜਿਹੜਾ ਮਿਓਸਿਸ 1 ਹੈ ਉਹਨੂੰ ਬੋਲਾਂਗੇ ਰਿਡਕਸ਼ਨਲ ਡਿਵੀਜ਼ਨ। ਰਿਡਕਸ਼ਨਲ ਕਿਉਂ ਬੋਲਿਆ? ਕਿਉਂਕਿ ਇਹਦੇ ਨਾਲ ਜਿਹੜਾ ਜੈਨੇਟਿਕ ਮਟੀਰੀਅਲ ਹੈ ਹਾਫ ਹੋ ਜਾਂਦਾ ਹੈ। ਤੇ ਹੁਣ ਜਿਹੜਾ ਪ੍ਰੋਫੇਜ਼ 1 ਹੈ ਉਹ ਹੁੰਦਾ ਲੌਂਗੈਸਟ ਤੇ ਮੋਸਟ ਕੰਪਲੈਕਸ ਫੇਜ਼ ਆਫ ਮਿਓਸਿਸ 1 ਟੂ ਡਿਵੀਜ਼ਨ ਫੇਜ਼। ਮਿਓਸਿਸ 1 ਤੇ 2 ਦੋਨਾਂ ਨੂੰ ਮਿਲਾ ਕੇ ਲੌਂਗੈਸਟ ਤੇ ਮੋਸਟ ਕੰਪਲੈਕਸ ਹੁੰਦਾ। ਹੁਣ ਆਉਂਦਾ ਜ਼ਾਈਗੋਟੀਨ। Zygote is also called synaptotene. Zygote also called synaptotene. ਇਹਦੇ ਅੰਦਰ ਕੀ ਹੁੰਦਾ, ਜਿਹੜੇ ਕ੍ਰੋਮੋਸੋਮਸ ਹੁੰਦੇ ਨੇ they start pairing together and this process of association is called synapses. ਹੁਣ ਇਹਦੇ ਅੰਦਰ ਪੂਰੇ ਪੇਜ ਦੇ ਨਾਲ ਜਿੰਨੇ ਵੀ ਲਾਈਨ ਹੁੰਦੇ ਨਾ ਧਿਆਨ ਨਾਲ ਸੁਣਨਾ, ਕਿਉਂਕਿ ਉਹਦੇ ਬਹੁਤ ਸਾਰੇ ਮਿਸਟੇਕਸ ਹੋ ਸਕਦੀਆਂ ਨੇ। During this phase, chromosomes start pairing together and the processes of association is called synapses. ठीक है, such chromosomes are called homologous chromosomes. ਜਿਹੜੇ ਵੀ ਦੋ chromosomes ਇਕੱਠੇ ਪੇਅਰ ਕਰਦੇ ਨੇ ਉਹਨਾਂ ਨੂੰ ਬੋਲਦੇ ਆ homologous chromosomes। ਠੀਕ ਹੈ, electron microscopes of this stage indicate the chromosome synapses is accompanied by formation of complex structure called synaptonemal complex. एक ही तरह देखते हैं इलेक्ट्रॉन माइक्रोस्कोप के अंदर। ये तो ये होता है कि जो कॉम्प्लेक्स फॉर्म होया by a pair of synapsed homologous chromosome is called bivalent or tetrad। ये भी important है। मेरा मतलब क्या है synaptonemal complex ते bivalent या tetrad दा? ये तो मतलब होया कि ਜਦੋਂ ਕਿ ਦੋ ਹੋਮੋਲੋਗਸ ਕ੍ਰੋਮੋਸੋਮਸ ਨਾਲ ਐਸੋਸੀਏਟ ਹੋ ਜਾਂਦੇ ਨੇ ਤੇ ਉਹਦੇ ਨਾਲ ਬਣ ਜਾਂਦੇ ਸਾਈਨੈਪਟੋਨੇਮਲ ਕੰਪਲੈਕਸ। ਮਤਲਬ ਪ੍ਰੋਸੈਸ ਨੂੰ ਸਾਈਨਾਪਸਿਸ ਬੋਲਦੇ ਨੇ, ਬਟ ਜਿਹੜਾ ਕੰਪਲੈਕਸ ਬਣਦਾ ਹੈ ਉਹਨੂੰ ਸਾਈਨੈਪਟੋਨੇਮਲ ਕੰਪਲੈਕਸ ਬੋਲਦੇ ਨੇ। ਹੁਣ ਉਹਦੇ ਅੰਦਰ ਜਿਹੜੇ ਵੀ ਕ੍ਰੋਮੋਸੋਮਸ ਨਾਲ ਅਟੈਚਡ ਹੈ ਉਹਦੇ ਪੇਅਰ ਨੂੰ, ਇੱਕ ਸਿੰਗਲ ਪੇਅਰ ਨੂੰ ਜਾਂ ਤਾਂ ਬਾਈਵੈਲੈਂਟ ਬੋਲਦੇ ਸਿੰਸ ਇਟ ਇਜ਼ ਮੇਡ ਅਪ ਆਫ 2 ਕ੍ਰੋਮੋਸੋਮਸ, ਜਾਂ ਫਿਰ ਟੈਟਰਾਡ ਬੋਲਦੇ ਨੇ ਕਿਉਂਕਿ 4 ਸਿਸਟਰ ਕ੍ਰੋਮੈਟਿਡਸ ਹੁੰਦੇ ਨੇ। मतलब सिस्टर तो नहीं बोलना चाहिए, 4 क्रोमैटिड्स होंगे, 2 पेयर ऑफ सिस्टर क्रोमैटिड्स बोल सकते हो। However, they are more clearly visible at the next stage. बाइवेलेंट या टेट्राड है वो more clearly visible होएगा next stage पे। The first 2 stages of prophase are relatively short-lived compared to the next stage, that is packaging. फर्स्ट स्टेज ਦੀਆਂ ਹੋ ਗਈਆਂ ਫਿਰ ਛੋਟੀਆਂ ਹੁੰਦੀਆਂ ਨੇ ਪ੍ਰੋਫੇਜ਼ ਦੀਆਂ, ਰਿਲੇਟਿਵਲੀ ਸ਼ਾਰਟ ਲਿਵ, ਪਰ ਜਿਹੜਾ ਪੈਕੇਟੀਨ ਹੈ ਉਸਦਾ ਲੌਂਗਰ ਹੁੰਦਾ।
ਹੁਣ ਇਸ ਫੇਜ਼ ਦੇ ਅੰਦਰ ਕੀ ਹੁੰਦਾ ਹੈ? Pachytene ਦੇ ਅੰਦਰ ਕੀ ਹੁੰਦਾ ਕਿ 4 chromatids of each bivalent becomes distinct and clearly appear as tetrad. 4 chromatid ਹੋਣਗੇ ਇੱਕ bivalent ਦੇ ਅੰਦਰ, ਉਹ ਪੂਰੇ distinct ਹੋ ਜਾਣਗੇ ਤੇ proper tetrad ਦਿਖੇਗਾ. This stage is characterized by the pachytene is characterized by appearance of recombination nodules, the site at which crossing over occurs between non-sister chromatids of the homologous chromosome. उनकी नवा वर्ड है आपने बोला recombination nodules, ठीक है, ਤੇ crossing over ਕਿਹਦੇ ਵਿੱਚ ਹੁੰਦੀ ਹੈ? non-sister chromatids ਦੇ ਵਿੱਚ ਹੁੰਦੇ ਜਿਹੜੇ homologous chromosomes ਦੇ ਹੁੰਦੇ ਨੇ. ਉਹਨਾਂ ਦੇ crossing over ਦਾ ਕੀ ਮਤਲਬ ਹੈ? ਇੱਕ ਨਵੀਂ ਟਰਮ ਆ ਗਈ ਹੈ. ਹੁਣ crossing over ਦਾ ਮਤਲਬ ਹੈ ਕਿ exchange of genetic material ਹੁੰਦਾ between 2 homologous chromosomes. ठीक है, crossing over is also an enzyme mediated process. ये भी ध्यान रखना ਜਿਹੜਾ crossing over है ਉਹਦੇ ਅੰਦਰ ਇੱਕ enzyme mediated process ਹੁੰਦਾ ਤੇ enzyme involved ਹੁੰਦਾ recombinase. ठीक है, crossing over leads to recombination of genetic material of the 2 chromosomes. Recombination between homologous chromosomes is completed by the end of pachytene. Recombination of genetic material हो जाएगा crossing over करके 2 chromosomes के अंदर, ਤੇ ਜਿਹੜਾ recombination ਹੁੰਦਾ है ना ये complete हो जाते by end of pachytene. ये भी ध्यान रखना चाहिए, completed by the end of pachytene. Leaving the chromosomes linked at the site of crossing over. ਹੁਣ pachytene ਦੇ end ਤੇ crossing over ਤਾਂ ਖਤਮ ਹੋ ਗਈ, but ਉਹਨਾਂ ਦੇ ਜਿਹੜੇ sites of crossing over ਹਜੇ ਵੀ ਉਸ ਸਾਈਡ ਉਹਨਾਂ ਸਾਈਡਸ ਤੇ linked ਨੇ. ਹੁਣ ਅਗਰ ਹੁਣ question ਆਏ ਕਿ first stage ਜਦੋਂ tetrad ਦਿਖਦਾ ਤਾਂ ਉਹਨੂੰ ਆਪਾਂ ਜ਼ਾਈਗੋਟੀਨ ਬੋਲਾਂਗੇ ਜਾਂ ਪੈਕੇਟੀਨ ਬੋਲਾਂਗੇ? ਟੈਟਰਾਡ ਲਈ ਆਪਾਂ ਪਹਿਲਾਂ ਪੈਕੇਟੀਨ ਬੋਲਾਂਗੇ ਕਿਉਂਕਿ ਉਹਦੇ ਲਿਖਿਆ ਗਿਆ ਕਿ ਜਿਹੜਾ ਡਿਸਟਿੰਕਟ ਟੈਟਰਾਡ ਕਲੀਅਰਲੀ ਅਪੀਅਰ ਹੁੰਦਾ ਪੈਕੇਟੀਨ ਦੇ ਅੰਦਰ ਅਪੀਅਰ ਹੁੰਦਾ ਤੇ ਇਸ ਕਰਕੇ ਪੈਕੇਟੀਨ ਨੂੰ ਕਿਉਂਕਿ ਜੋ ਪੂਰਾ ਕ੍ਰਾਸਿੰਗ ਓਵਰ ਹੋ ਰਿਹਾ ਹੈ, ਜੈਨੇਟਿਕ ਰਿਕੰਬੀਨੇਸ਼ਨਸ ਹੋ ਰਹੇ ਨੇ, ਇਹਨੂੰ ਮੋਸਟ ਕੰਪਲੈਕਸ ਫੇਜ਼ ਆਫ ਪ੍ਰੋਫੇਜ਼ 1 ਵੀ ਬੋਲਦੇ ਨੇ. ਠੀਕ ਹੈ, the number of recombination nodules depend on the length of chromosomes. Sorry. पैकेटीन के बारे अपन ने की सुन पढ़िया कि मोस्ट कॉम्प्लेक्स फेज है ये प्रोफेज 1 ਦਾ. ਉਸ ਤੋਂ ਬਾਅਦ ਇਹ ਕਿ ਫਰਸਟ ਸਟੇਜ ਹੈ ਜੋ ਟੈਟਰਾਡ ਵਿਜ਼ੀਬਲ ਹੁੰਦੇ, ਫਿਰ ਉਸ ਤੋਂ ਬਾਅਦ ਹੁਣ ਲਿੰਕੇਜ ਜਿਹੜੇ ਹੁੰਦੇ ਨੇ, ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਰੀਕੰਬੀਨੇਸ਼ਨ. ਲਿੰਕੇਜ ਇੱਕ ਬਹੁਤ ਕੰਪਲੈਕਸ ਟਰਮ ਹੈ ਜਿਹੜੇ ਤੁਸੀਂ ਜੈਨੇਟਿਕਸ ਦੇ ਅੰਦਰ ਪੜ੍ਹੋਗੇ ਕਲਾਸ 12th ਦੇ ਅੰਦਰ, ਤੇ ਇਸ ਕਰਕੇ ਹਜੇ ਮੈਂ ਐਕਸਪਲੇਨ ਤਾਂ ਨਹੀਂ ਕਰਾਂਗੀ ਕਿਉਂਕਿ ਲਿੰਕੇਜ ਨਾਲ ਬਹੁਤ ਸਾਰੀ ਚੀਜ਼ਾਂ ਜੁੜੀਆਂ ਹੋਈਆਂ ਨੇ. ਕਲਾਸ 12th ਦੇ ਅੰਦਰ ਅੱਛੀ ਤਰ੍ਹਾਂ ਕਵਰ ਹੋਏਗਾ ਇਹ. ਠੀਕ ਹੈ, ਹੁਣ ਅੱਗੇ ਆ ਜਾਂਦਾ ਕਿ ਪੈਕੇਟੀਨ ਦੇ ਅੰਦਰ ਐਵੇਂ 2 ਕ੍ਰੋਮੋਸੋਮ ਤੇ ਹੁਣ ਉਹਨਾਂ ਦੇ ਅੰਦਰ ਰੀਕੰਬੀਨੇਸ਼ਨ ਹੋ ਗਈ ਨॉन सिस्टर chromatids ਦੇ ਅੰਦਰ. ਜਿਵੇਂ ਸਪੋਜ਼ ਇਹ ਹੈ these both are sister chromatids and these both are sister chromatids. okay, ਜਿਹੜੇ ਇਹ ਤੇ ਇਹ ਹੈ ਇਹ नॉन sister chromatids ਹੈ ਤੇ ਹਮੇਸ਼ਾ नॉन sister chromatids ਦੇ ਅੰਦਰ ਕ੍ਰਾਸਿੰਗ ਓਵਰ ਹੋਏਗੀ, ਪਰ ਜਿਹੜੇ ਕ੍ਰੋਮੋਸੋਮਸ ਹੋਣਗੇ ਉਹ ਆਟੋਲੋਗਸ chromosomes होंगे, homologous I mean not autologous. ਹੁਣ ਅੰਦਰ हिंट आ जाएगा डिप्लोटीन. डिप्लोटीन ਨੂੰ ਕਿਵੇਂ recognize ਕਰਦੇ ਨੇ? डिप्लोटीन is recognized by the dissolution of synaptonymal complex. ਸਭ ਤੋਂ ਪਹਿਲਾਂ ਕਿਵੇਂ ਕੀ ਹੋਏਗਾ ਕਿ dissolution of the synaptonymal complex and the tendency of the recombined homologous chromosomes of the bivalent to separate from each other except at the site of crossovers. ਹੁਣ अपन ਪੜਿਆ ਸੀ ਕਿ ਜਦੋਂ ਆਪਣਾ ਪੂਰਾ ਉਹ ਹੋ ਗਿਆ ਹੈ ਕ੍ਰਾਸਿੰਗ ਓਵਰ ਹੋ ਗਿਆ ਤਾਂ ਉੱਥੇ ਕੁਝ ਪੁਆਇੰਟਸ ਤੇ ਕੀ ਹੁੰਦਾ ਕਿ
ਕੁਝ ਪੁਆਇੰਟਸ ਤੇ ਆਪਾਂ ਨੂੰ ਦਿਖੇਗਾ ਕਿ ਕ੍ਰਾਸਿੰਗ ਓਵਰ ਹੋਣ ਤੋਂ ਬਾਅਦ ਕ੍ਰੋਮੋਸੋਮਸ ਅਟੈਚਡ ਰਹਿ ਜਾਂਦੇ ਨੇ ਤੇ ਉਹ ਸਾਈਟਸ ਐਵੇਂ ਐਂਡ ਹੁੰਦੇ ਆਪਾਂ ਨੂੰ ਪੈਕੀਟੀਨ ਤੇ। ਹੁਣ ਡਿਪਲੋਟੀਨ ਨੂੰ ਕਿਵੇਂ ਰਿਕੋਗਨਾਈਜ਼ ਕਰਾਂਗੇ ਕਿ ਜਿਹੜੀ ਸਾਈਟਸ ਤੇ ਕ੍ਰਾਸਿੰਗ ਓਵਰ ਹੋਈ ਹੈ ਜਾਂ ਫਿਰ ਸਿਮੈਟੋਨਿਮਲ ਕੰਪਲੈਕਸ ਬਣੇ ਹੈ ਉਹਨਾਂ ਦਾ ਡਿਸੋਲੂਸ਼ਨ ਸਟਾਰਟ ਹੋ ਜਾਏਗਾ, ਠੀਕ ਹੈ। ਤੇ ਜਿਹੜਾ ਬਾਇਓਵੈਲੈਂਸ ਹੈ ਦੇ ਸਟਾਰਟ ਸੈਪਰੇਟਿੰਗ ਫਰਮ ਈਚ ਅਦਰ, ਬਟ ਫਿਰ ਤੋਂ ਇਹ ਕ੍ਰਾਸਓਵਰ ਸਾਈਟਸ ਤੇ ਹਜੇ ਨਹੀਂ ਹੁੰਦੇ ਸੈਪਰੇਟ, ਠੀਕ ਹੈ। ਇਸ ਕਰਕੇ ਕੁਝ ਹमें एक्स शेप्ड स्ट्रक्चर्स बनने हैं कियास मेटा बोलते हैं। हमें एक्स शेप स्ट्रक्चर्स बन जाएंगे उन्हें कियास मेटा बोलेंगे। कियास मेटा इज आल्सो न्यू टर्म। उन कुछ oocytes कुछ वर्टिब्रेट्स के oocyte दे अंदर जो डिप्लोटीन है वो मंथ्स या ईयर्स ले लास्ट कर सकता है। the basic example female humans ਹੀ ਆ ਕਿ ਹੁੰਦੇ ਕਿ ਆਪਾਂ ਪੜ੍ਹਦੇ ਹਾਂ ਕਿ ਓਵਰੀ ਦੇ ਅੰਦਰ oocytes ਹੁੰਦੇ ਨੇ, ਉਹਨਾਂ ਦੀ ਗਰੋਥ ਅਰੈਸਟ ਹੋ ਜਾਂਦੀ ਹੈ ਬਰਥ ਤੇ ਵਾਪਸ ਉਹਨਾਂ ਦੀ ਗਰੋਥ ਕਦੋਂ ਹੁੰਦੀ ਹੈ ਜਦੋਂ ਪਿਊਬਰਟੀ ਹਿੱਟ ਕਰਦੀ ਹੈ। ਪਿਊਬਰਟੀ ਸਟਾਰਟ ਸੈਟਿੰਗ ਐਟ ਅਰਾਊਂਡ ਦੀ ਏਜ ਆਫ 8 years 8 to 14 ਦੇ ਟਾਈਮ ਤੇ ਕੋ ਫੀਮੇਲ ਦੇ ਅੰਦਰ ਪਿਊਬਰਟੀ ਆਉਂਦੀ ਹੈ। ਤਾਂ ਉਸ ਟਾਈਮ ਤੇ ਜਦੋਂ ਮੈਂਸਟਰਲ ਸਾਈਕਲ ਸਟਾਰਟ ਹੋ ਜਾਂਦਾ ਹੈ, ਮੈਨਾਰਕ ਹੋ ਜਾਂਦਾ, ਉਦੋਂ oocytes ਉਹਨਾਂ ਦੀ ਵਾਪਸ ਗਰੋਥ ਕੰਟੀਨਿਊ ਹੁੰਦੀ ਹੈ, ਅਰੈਸਟਡ ਗਰੋਥ ਵਾਪਸ ਕੰਟੀਨਿਊ ਹੁੰਦੀ ਹੈ। ਤੇ ਜਿਹੜੇ oocytes ਡਿਪਲੋਟੀਨ ਦੇ ਅੰਦਰ ਅਰੈਸਟਡ ਹੁੰਦੇ ਨੇ ਦੇ ਸਟਾਰਟ ਡਿਵਾਈਡਿੰਗ ਤੇ ਉਹਦੇ ਅੰਦਰ ਮਿਓਸਿਸ ਹੁੰਦਾ, ਠੀਕ ਹੈ। ਹੁਣ ਅੱਗੇ ਆਏਗਾ ਫਾਈਨਲ ਸਟੇਜ ਆਫ ਮਿਓਟਿਕ ਪ੍ਰੋਫੇਜ਼ 1 ਜਿਹਨੂੰ ਡਾਇਕਾਈਨੇਸਿਸ ਬੋਲਦੇ ਆ। ਜਿਹੜਾ ਡਾਇਕਾਈਨੇਸਿਸ ਹੈ ਉਹਦੇ ਅੰਦਰ ਹੁੰਦੀ ਟਰਮੀਨਲਾਈਜੇਸ਼ਨ ਆਫ ਕਿਆਸਮੇਟਾ। ਟਰਮੀਨਲਾਈਜੇਸ਼ਨ ਆਫ ਕਿਆਸਮੇਟਾ ਇਹਦੇ ਅੰਦਰ ਕੀ ਹੁੰਦੇ ਜਿਹੜੇ ਕ੍ਰੋਮੋਸੋਮਸ ਹੁੰਦੇ ਆ ਉਹ ਫੁੱਲੀ ਕੰਡੈਂਸ ਹੋ ਜਾਣਗੇ, ਮਿਓਟਿਕ ਸਪਿੰਡਲ ਅਸੈਂਬਲ ਹੋ ਜਾਏਗਾ to prepare the homologous chromosomes for separation। ਹੁਣ ਇਹ ਇੱਕ ਹੋਰ ਧਿਆਨ ਦੇਣ ਵਾਲੀ ਚੀਜ਼ ਹੈ, ਉਹਨੇ ਲਿਖਿਆ homologous chromosome for separation, ਉਹਨੇ ਇਹ ਨਹੀਂ ਲਿਖਿਆ ਕਿ sister chromatids for separation। ਆਪਾਂ ਨੇ ਅਬਜ਼ਰਵ ਕੀਤਾ ਸੀ ਜਿਹੜਾ ਮਾਈਟੋਸਿਸ ਹੈ, ਮਾਈਟੋਸਿਸ ਦੇ ਅੰਦਰ ਐਨਾਫੇਜ਼ ਸਿਸਟਰ ਕ੍ਰੋਮੈਟਿਡ ਸੈਪਰੇਟ ਹੁੰਦੇ ਨੇ, ਬਟ ਉਹਦੇ ਕਿਹੜੇ ਚੀਜ਼ ਸੈਪਰੇਟ ਹੋਏਗਾ, ਹੋਮੋਲੋਗਸ ਕ੍ਰੋਮੋਸੋਮ ਸੈਪਰੇਟ ਹੁੰਦੇ ਨੇ ਮਿਓਸਿਸ ਦੇ ਅੰਦਰ। ਬਾਈ ਦੀ ਐਂਡ ਆਫ ਡਾਇਕਾਈਨੇਸਿਸ then nucleolus disappear। ਜਿਹੜਾ ਨਿਊਕਲੀਓਲਸ ਹੈ ਇਹਨਾਂ ਡਾਇਕਾਈਨੇਸਿਸ ਉਹ ਡਿਸਅਪੀਅਰ ਹੋ ਜਾਏਗਾ ਤੇ ਨਿਊਕਲੀਅਰ ਮੈਮਬ੍ਰੇਨ ਵੀ ਬ੍ਰੇਕ ਡਾਊਨ ਹੋ ਜਾਂਦੀ ਹੈ। So the diakinesis represents transition to metaphase, ठीक है। ਹੁਣ ਕੁਝ ਪੁਆਇੰਟਸ ਆ ਜਾਂਦੇ ਨੇ ਜਿਹੜੇ ਡਿਕਟਿਓਟੀਨ ਕੀ ਹੁੰਦਾ, ਡਿਕਟਿਓਟੀਨ ਇਜ਼ ਪ੍ਰੋਲੋਂਗਡ ਡਿਪਲੋਟੀਨ, ਠੀਕ ਹੈ। ਇਹਦੇ ਅੰਦਰ ਕੀ ਹੁੰਦਾ ਕਿ ਡੀ ਸਾਇਨਾਪਸਿਸ ਹੁੰਦਾ ਐਂਡ ਦਿਸ ਇਜ਼ ਦੀ ਲੌਂਗੇਸਟ ਫੇਜ਼ ਆਫ ਪ੍ਰੋਫੇਜ਼ 1। ਡਿਕਟਿਓਟੀਨ ਵੀ ਯਾਦ ਰੱਖ ਲੈਣਾ ਬਸ ਕਿ ਪ੍ਰੋਲੋਂਗਡ ਡਿਪਲੋਟੀਨ ਨੂੰ ਬੋਲਦੇ ਆ। ਹੁਣ ਆਉਂਦਾ ਮੈਟਾਫੇਜ਼ 1। ਮੈਟਾਫੇਜ਼ 1 ਦੇ ਅੰਦਰ ਕੀ ਹੁੰਦਾ ਕਿ ਜਿਹੜਾ ਬਾਇਵੈਲੈਂਟ ਕ੍ਰੋਮੋਸੋਮਸ ਹੈ, ਬਾਇਵੈਲੈਂਟ ਕ੍ਰੋਮੋਸੋਮਸ ਉਹ ਸਾਰੇ ਲਾਈਨ ਹੋ ਜਾਂਦੇ ਨੇ ਇਕੁਏਟੋਰੀਅਲ ਪਲੇਟ ਤੇ, ਠੀਕ ਹੈ। The microtubule from the opposite poles of the spindle attached to the kinetochore of homologous chromosomes। Microtubules ਆਣਗੇ, spindle fibers ਜਿਹੜਾ ਹੋਣਗੇ kinetochore of homologous chromosomes ਤੇ ਅਟੈਚ ਹੋ ਜਾਂਦੇ ਨੇ, ਠੀਕ ਹੈ। ਹੁਣ ਇਹਦੇ ਇੱਕ ਡਾਇਗ੍ਰਾਮ ਹੈ ਪ੍ਰੋਫੇਜ਼ 1, ਉਹਨੇ ਟਰਮੀਨਾਈਜੇਸ਼ਨ ਆਫ ਕਿਆਸਮੇਟਾ ਦਿਖਾਇਆ ਹੋਇਆ ਐਂਡ ਤੇ। ये सपोज रिकॉम्बिनेशन हुई है कुछ साइड्स से, हम क्या ड्रॉ करके दिखानी है। रिकॉम्बिनेशन तो ये साइड्स पे हो गई है, फिर साइनेप्टेनिमल कॉम्प्लेक्स बन गया, बाइवेलेंट या टेट्राड बन गया, रिकॉम्बिनेशन हो गई, बट क्रॉसिंग ओवर साइड्स से अटैच रह गए। सिस्टर डिप्लोटीन ते साइनेप्टेनिमल कॉम्प्लेक्स का डिसोल्यूशन हो जाएगा,
but still they remain attached at the sites of crossing over. ਤੇ ਫਿਰ ਐਕਸਚੇਂਜ ਸਟਰਕਚਰਸ ਬਣ ਜਾਂਦੇ ਜਿਹਨੂੰ ਕਿਆਸਮੇਟਾ ਬੋਲਦੇ ਆ। ਡਾਇਨਾਕਾਈਨੇਸਿਸ ਤੇ ਇਹਨੇ ਨਾ ਟਰਮੀਨਾਈਜੇਸ਼ਨ ਹੋ ਜਾਂਦਾ ਹੈ, मतलब ਇਹ क्रोमोसोम है ਉਹ ਬਿਲਕੁਲ ਆਪਣੇ ਐਂਡ ਤੇ ਪਹੁੰਚ ਜਾਂਦੇ ਨੇ, ਟਰਮੀਨਾਈਜੇਸ਼ਨ। ਠੀਕ ਹੈ, ਹੁਣ ਇਹ ਹੋ ਗਿਆ। ਇਸ ਤੋਂ ਬਾਅਦ ਆਉਂਦਾ ਮੈਟਾਫੇਜ਼। ਮੈਟਾਫੇਜ਼ ਤਾਂ ਆਪਾਂ ਨੇ ਪੜਿਆ ਸੀਗਾ ਕਿ ਕਾਈਨੇਟੋਕੋਰਸ ਆਫ ਹੋਮੋਲੋਗਸ क्रोमोसोम ਦੇ ਸਪਿੰਡਲ ਫਾਈਬਰਸ ਅਟੈਚ ਹੋ ਜਾਂਦੇ ਆ। ਮੇਰੇ ਧਿਆਨ ਦੇਣ ਵਾਲੀ ਚੀਜ਼ ਹੈ ਕਿ ਜਿਹੜੇ ਸਪਿੰਡਲ ਫਾਈਬਰਸ ਅਟੈਚ ਹੋ ਰਹੇ ਆ ਉਹ ਸਿਰਫ ਇੱਕ ਸਾਈਡ ਦੇ ਕਾਈਨੇਟੋਕੋਰ ਨਾਲ ਅਟੈਚ ਹੋ ਰਹੇ ਆ। ਇਹਨਾਂ ਦੇ ਵਿੱਚ ਕੋਈ ਸਪਿੰਡਲ ਫਾਈਬਰ ਨਹੀਂ ਹੈ, ਦੂਜੇ ਸਾਈਡ ਦੇ ਕਾਈਨੇਟੋਕੋਰ ਨਾਲ ਕੋਈ ਵੀ ਸਪਿੰਡਲ ਫਾਈਬਰ ਨਹੀਂ ਜੁਆਇਨ ਹੋ ਰਿਹਾ। ਤਾਂ ਇਸ ਕਰਕੇ ਜਦੋਂ ਐਨਾਫੇਜ਼ ਡਿਵੀਜ਼ਨ ਹੋਏਗੀ, ਸ਼ਾਰਟਿੰਗ ਆਫ ਸਪਿੰਡਲ ਫਾਈਬਰਸ ਹੋਏਗਾ, उस टाइम तो पूरा एक क्रोमोसोम ऑपोजिट पोल पे मूव हो जाएगा। हम देखो होमोलोगस क्रोमोसोम सेपरेट हो गए when sister chromatids remain associated at the centromere। होमोलोगस क्रोमोसोम जो है वो सेपरेट हो जाएंगे, but their sister chromatids they remain associated at the centromere। कि whole chromosome move towards the opposite end। आ देखो whole both the sister chromatids। ठीक है, आएगा टीलोफेज। टीलोफेज के अंदर हमने जो न्यूक्लियर मेम्ब्रेन है वो न्यूक्लियोलस है, वापस रीअपीयर करेंगे सिमिलर टू माइटोसिस में होया सीगा। तो साइटोकाइनेसिस कंटिन्यू होएगा एंड दिस इज कॉल्ड एज डायड ऑफ सेल्स। कि दो सेल्स बनेंगे, इस करके डायड ऑफ सेल्स। Although in many cases the chromosomes do not undergo dispersion, do not reach the extremely extended state of the interphase nucleus, the stage between the two meiotic divisions is called interkinesis and is generally short-lived। ਇਹਦਾ ਕੀ ਮਤਲਬ ਹੈ ਕਿ ਆਪਾਂ ਨੇ ਪੜਿਆ ਕਿ ਮਾਈਟੋਸਿਸ ਮਿਓਸਿਸ ਦੇ ਅੰਦਰ ਮਿਓਸਿਸ 1 ਤੇ ਮਿਓਸਿਸ 2 ਹੁੰਦਾ ਤੇ ਮੈਂ ਦੋ ਡਿਵੀਜ਼ਨਸ ਕੀ ਹੁੰਦੀਆਂ ਕਿਉਂਕਿ ਆਪਾਂ ਰਿਡਕਸ਼ਨ ਆਫ ਜੈਨੇਟਿਕ ਮਟੀਰੀਅਲ ਚਾਹੀਦਾ, ਆਪਾਂ ਡਿਪਲੋਇਡੀ ਤੋਂ ਹੈਪਲੋਇਡੀ ਜਾਣਾ। ਤਾਂ ਟੀਲੋਫੇਜ਼ ਦੇ ਅੰਦਰ ਹੁਣ ਤਾਂ क्रोमोसोम्स हाफ हो गए, तो ਹੁਣ ਤਾਂ ਆਪਾਂ ਨੂੰ ਲੱਗਦਾ ਹੋਊਗਾ ਕਿ ਹੈਪਲੋਇਡ ਹੋ ਗਏ ਆ ਤੇ ਜੈਨੇਟਿਕ ਮਟੀਰੀਅਲ ਹਾਫ ਵਗੈਰਾ ਹੋ ਗਿਆ। ਬਟ ਮੇਰੇ ਧਿਆਨ ਦੇਣ ਵਾਲੀ ਕੀ ਚੀਜ਼ ਹੈ ਕਿ ਸੈੱਲ ਤਾਂ ਹੈਪਲੋਇਡ ਹੋ ਗਿਆ ਹੈ, ਨੰਬਰ ਆਫ क्रोमोसोम्स ਹਾਫ ਹੋ ਗਏ ਆ, ਬਟ ਉਹ ਤਾਂ ਹਜੇ ਵੀ ਜੈਨੇਟਿਕ ਮਟੀਰੀਅਲ ਡਬਲ ਹੈ। ਆਪਾਂ ਨੂੰ ਜੈਨੇਟਿਕ ਮਟੀਰੀਅਲ ਨੂੰ ਵੀ ਹਾਫ ਕਰਨਾ, ਤਾਂ ਕਰਕੇ ਉਸ ਤੋਂ ਬਾਅਦ ਮਿਓਸਿਸ 2 ਹੋਏਗਾ। ਤਾਂ ਦੋ ਮਿਓਸਿਸ ਦੇ ਵਿੱਚ ਜਿਹੜਾ ਪੀਰੀਅਡ ਹੁੰਦਾ ਉਹਨੂੰ ਬੋਲਦੇ ਆ ਇੰਟਰਕਾਈਨੇਸਿਸ ਤੇ ਜਨਰਲੀ ਸ਼ਾਰਟ ਲਿਵਡ ਹੁੰਦਾ। ਤੇ ਇਸ ਟਾਈਮ ਤੇ ਜਿਹੜੇ क्रोमोसोम्स ਹੁੰਦੇ ਨੇ ਉਹ ਐਕਸਟ੍ਰੀਮਲੀ ਐਕਸਟੈਂਡਡ ਵੀ ਨਹੀਂ ਹੁੰਦੇ ਆ ਕਿ मतलब ਥੋੜੇ डिसॉल्व या डिस्पर्स होना शुरू ਹੁੰਦੇ, बट they do not completely extend to the phase of interphase nucleus। ਹੁਣ ਇੱਕ ਹੋਰ ਚੀਜ਼ ਧਿਆਨ ਦੇਣ ਵਾਲੀ ਹੈ ਕਿ ਜਿਹੜੀ ਡੀਐਨਏ ਰੈਪਲੀਕੇਸ਼ਨ ਨਹੀਂ ਹੁੰਦੀ ਹੈ ਡਿਊਰਿੰਗ ਇੰਟਰਕਾਈਨੇਸਿਸ, ਕਿਉਂਕਿ ਆਪਣਾ ਜੈਨੇਟਿਕ ਮਟੀਰੀਅਲ ਆਲਰੇਡੀ ਡਬਲ ਐਕਸਲ ਦਾ, ਆਪਾਂ ਉਹਨੂੰ ਹਾਫ ਕਰਨਾ। ਠੀਕ ਹੈ, ਤੇ ਜਿਹੜਾ ਇੰਟਰਫੇਸ ਹੈ ਉਹ ਡਾਇਰੈਕਟਲੀ ਪ੍ਰੋਫੇਸ 2 ਨਾਲ ਫੋਲੋ ਹੁੰਦਾ, is followed by prophase 2 and which is much simpler than prophase 1 of meiosis। ਹੁਣ ਜਿਹੜਾ meiosis 2 ਹੈ, meiosis 2 is almost similar to mitosis, the division phase या M phase। ਹੁਣ ਜਿਹੜਾ meiosis 2 ਦੇ ਅੰਦਰ prophase 1 ਹੈ ਇਨੀਸ਼ੀਏਟ ਹੋ ਜਾਂਦਾ immediately after cytokinesis, usually before the chromosomes are fully elongated। In contrast to meiosis 1, meiosis 2 resembles normal mitosis ਜਿਵੇਂ ਕਿ ਦੱਸਿਆ ਗਿਆ। ਹੁਣ ਜਿਹੜਾ ਨਿਊਕਲੀਅਰ ਮੈਮਬ੍ਰੇਨ ਹੈ ਉਹ by end of prophase 2 disappear ਹੋ ਜਾਏਗਾ ਤੇ chromosomes again become compact। ਤੇ chromosomes ਹੋ ਜਾਣਗੇ compact। ਫਿਰ ਆਉਂਦੇ ਮੈਟਾਫੇਜ਼ 2। ਮੈਟਾਫੇਜ਼ 2 ਦੇ ਅੰਦਰ ਕੀ ਹੁੰਦਾ ਕਿ ਜਿਹੜੇ ਵੀ chromosomes ਹੁੰਦੇ ਨੇ ਉਹ ਸਾਰੇ ਇਕੁਏਟਰ ਤੇ ਲਾਈਨ ਕਰ ਜਾਂਦੇ ਨੇ ਤੇ ਮਾਈਕਰੋਟਿਬਿਊਲਸ ਆਪੋਜ਼ਿਟ ਐਂਡ ਤੋਂ ਆ ਕੇ ਸਪਿੰਡਲ ਫਾਈਬਰਸ ਉਹਨਾਂ ਨਾਲ ਜਾ ਕੇ ਉਹਨਾਂ ਦੇ ਕਾਈਨੇਟੋਕੋਰ ਨਾਲ ਜਾ ਕੇ ਅਟੈਚ ਹੋ ਜਾਂਦੇ ਨੇ ਸਿਸਟਰ ਕ੍ਰੋਮੈਟਿਡਸ से। ਪਿਛਲੀ ਵਾਰ ਆਪਾਂ ਲਾਸਟ ਟਾਈਮ ਕੀ ਪੜ੍ਹਿਆ ਸੀ ਕਿ ਹੋਮੋਲੋਗਸ ਕ੍ਰੋਮੋਸੋਮਸ ਨਾਲ ਅਟੈਚ ਹੁੰਦੇ ਨੇ, ਹੁਣ ਸਿਸਟਰ ਕ੍ਰੋਮੈਟਿਡ ਤੇ ਕਾਈਨੇਟੋਕੋਰ ਨਾਲ ਅਟੈਚ ਹੁੰਦੇ ਨੇ।
ਹੁਣ ਐਨਾਫਿਸ 1 ਦਾ ਇਹਦੇ ਅੰਦਰ ਕੀ ਹੁੰਦਾ ਕਿ ਸਾਈਮਲਟੇਨੀਅਸ ਸਪਲਿਟਿੰਗ ਆਫ ਸੈਂਟਰੋਮੀਅਰ ਹੋ ਜਾਂਦੀ ਈਚ ਕ੍ਰੋਮੋਸੋਮ ਦੀ ਸਾਈਮਲਟੇਨੀਅਸ ਸਪਲਿਟਿੰਗ ਹੋਏਗੀ of centromere of each chromosomes which was holding the sister chromatids together. ਹੁਣ ਇਹਦੇ ਕਰਕੇ ਕੀ ਹੁੰਦਾ they are allowed to move towards the opposite poles of the cell by shortening of microtubules. Microtubules ਦੀ shortening ਹੋ ਜਾਏਗੀ which is attached to kinetochore ਜਿਵੇਂ ਕਿ ਦੱਸਿਆ ਗਿਆ ਸਪਿੰਡਲ ਫਾਈਬਰਸ ਜਿਹੜੇ ਹੁੰਦੇ ਉਹ ਸ਼ਾਰਟਨ ਹੋ ਜਾਂਦੇ ਨੇ ਜਿਸ ਕਰਕੇ ਜੋ ਸਿਸਟਰ ਕ੍ਰੋਮੈਟਿਡ ਆ ਆਪੋਜ਼ਿਟ ਐਂਡ ਦੀ ਤਰਫ ਮੂਵ ਕਰੇਗਾ ਹੁਣ ਮੇਰੇ ਸਟੇजेस ਆਫ ਮਿਓਸਿਸ 2 ਦਿਖਾਈਆਂ ਗਈਆਂ ਨੇ ਠੀਕ ਹੈ ਪੂਰੇ ਸਭ ਤੋਂ ਪਹਿਲਾਂ ਇਹ ਤਾਂ ਹੈ ਕਿ ਪ੍ਰੋਫੇਸ 1 ਫਿਰ ਉਸ ਤੋਂ ਬਾਅਦ ਮੈਟਾਫੇਸ ਦਿਖਾਇਆ ਗਿਆ ਨਹੀਂ ਸੌਰੀ ਇਸ ਤੋਂ ਪਹਿਲਾਂ ਆਏਗਾ ਕਿ ਆਪਣਾ ਮਿਓਸਿਸ 1 ਹੋ ਗਿਆ ਜਿਹਦੇ ਅੰਦਰ 2 ਡਾਟਰ ਸੈਲਸ ਬਣ ਗਈਆਂ ਨੇ ਤੇ ਹੁਣ ਉਹ ਦੋਨੋਂ ਡਾਟਰ ਸੈਲਸ ਦਾ ਅੱਗੇ ਸੈਲ ਸਾਈਕਲ ਕੰਟੀਨਿਊ ਕੀਤਾ ਹੋਇਆ ਦਿਖਾਇਆ ਸੈਲ ਡਿਵੀਜ਼ਨ ਕੰਟੀਨਿਊ ਕੀਤਾ ਹੋਇਆ ਦਿਖਾਇਆ ਹੁਣ ਮੇਰੀ ਇੱਕ ਹੋਰ ਚੀਜ਼ ਧਿਆਨ ਦੇਣ ਵਾਲੀ ਹੈ ਜਿਹੜਾ ਮਾਈਟੋਸਿਸ ਜਾਂ ਮਿਓਸਿਸ 2 ਹੈ ਉਹਦੇ ਅੰਦਰ ਇੱਕ ਸਿੰਗਲ ਮੈਟਾਫੇਸ ਪਲੇਟ ਬਣਦੀ ਹੈ ਬਟ ਜਿਹੜਾ ਮਿਓਸਿਸ 1 ਹੈ ਉਹਦੇ ਅੰਦਰ 2 ਮੈਟਾਫੇਸ ਪਲੇਟਸ ਬਣਦੀਆਂ ਨੇ ਠੀਕ ਹੈ और ये क्रोमोसोम ने दोनों काइनेटोकोर्स ਨਾਲ स्पिंडल फाइबर्स अटैच हो रहे हैं ਉਹਦੇ ਸਿਰਫ ਇੱਕ ਕਾਈਨੈਟੋਕੋਰ ਨਾਲ स्पिंडल फाइबर अटैच हो ਰਿਹਾ ਸੀ और स्प्लिटिंग ऑफ सेंट्रोमियर होएगी मियोसिस 1 ਦੇ ਅੰਦਰ ਕੋਈ ਵੀ स्प्लिटिंग ऑफ सेंट्रोमियर नहीं ਹੋਈ ਸੀ स्प्लिटिंग ऑफ सेंट्रोमियर ਕਰਕੇ ਜਿਹੜੇ ਸਿਸਟਰ ਕ੍ਰੋਮੈਟਿਡਸ ਆਪੋਜ਼ਿਟ ਪੋਲ ਦੀ ਤਰਫ ਮੂਵ ਕਰਨਗੇ ਤੇ ਐਟ ਦ ਐਂਡ ਆਪਾਂ ਨੂੰ 4 ਸੈਲਸ ਮਿਲ ਜਾਣਗੇ ਹੁਣ ਆਏਗਾ टीलोफेज 2 ਦੇ अंदर ਕੀ ਹੁੰਦਾ ਕਿ meiosis end ਹੋ ਗਿਆ with telophase 2 in which 2 groups of chromosomes once again get enclosed by a nuclear envelope that is cytokinesis follows the resulting of tetrad of cells meiosis 1 ਦੇ end ਤੇ dyad of cells ਬਣਦੇ ਔਰ tetrad of cells ਬਣਦੇ that is 4 haploid daughter cells ਹੁਣ कुछ और पॉइंट्स हैं जिमें कि और इंटरफेस के अंदर अपन पढ़िया सीगा इंटरकाइनेसिस के अंदर सॉरी कि देयर इज नो डीएनए रेप्लिकेशन मतलब और ना ही और कोई एस फेज नहीं हुंदा सिर्फ G1 ਤੇ G2 फेज हुंदे ਜਿਹਦੇ ਅੰਦਰ ਸੈਲ ਦੀ ਆਰਗੇਨਿਲਸ ਵਗੈਰਾ ਮਲਟੀਪਲਾਈ ਕਰਦੀ ਹੈ ਫॉर ਸਾਈਟੋਕਾਈਨੇਸਿਸ ਟੂ ਅਕਰ ਠੀਕ ਹੈ ਕਿਉਂਕਿ ਆਪਣਾ ਡੀਐਨਏ ਮਟੀਰੀਅਲ ਆਲਰੇਡੀ ਡੁਪਲੀਕੇਟਡ ਹੈ ਆਪਾਂ ਨੂੰ ਉਹਨੂੰ ਹਾਫ ਕਰਨਾ ਤਾਂ ਸਿਸਟਰ ਕ੍ਰੋਮੈਟਿਡ ਸਪਲਿਟਿੰਗ ਨਾਲ ਉਹ ਹਾਫ ਹੋ ਗਿਆ ਹੁਣ ਐਂਟੀਜ ਇੱਕ ਕੁਐਸਚਨ ਆਇਆ ਸੀਗਾ ਕਿ ਸਟੇਜ ਐਟ ਵਿਚ ਜੈਨੇਟਿਕ ਕਨਸਟੀਟਿਊਸ਼ਨ ਆਫ ਦੀ ਗੈਮੀਟ ਇਜ਼ ਫਾਈਨਲੀ ਡਿਸਾਈਡਡ ਉਹ ਹੁੰਦਾ ਐਨਾਫੇਜ਼ 1 ਕਿ ਇਸ ਸਟੇਜ ਤੇ ਜੈਨੇਟਿਕ ਕਨਸਟੀਟਿਊਸ਼ਨ ਆਫ ਗੈਮੀਟਸ ਡਿਸਾਈਡ ਹੋ ਜਾਂਦੀ ਹੈ ਐਨਾਫੇਜ਼ 1 में ਜੈਨੇਟਿਕ ਕਨਸਟੀਟਿਊਸ਼ਨ ਮਤਲਬ ਕਿ ਕਿਸ ਗੈਮੀਟ ਦੇ ਅੰਦਰ ਕਿਹੜਾ ਐਲੀਲ ਜਾ ਰਿਹਾ ਜੀਨ ਦਾ ਉਹ ਡਿਸਾਈਡ ਹੋ ਜਾਂਦਾ ਐਨਾਫੇਜ਼ 1 ਦੇ ਅੰਦਰ ਹੁਣ ਕੀ ਹੋਏਗਾ ਕਿ ਉਸ ਤੋਂ ਬਾਅਦ ਆਂਦੇ ਕਿ ਜਿਹੜਾ ਡਿਸਜੰਕਸ਼ਨ ਹੁੰਦਾ ਹੈ ਐਨਾਫੇਜ਼ 1 ਦੇ ਅੰਦਰ ਡਿਸਜੰਕਸ਼ਨ ਦਾ ਕੀ ਮਤਲਬ ਕਿ ਦੋ ਹੋਮੋਲੋਗਸ ਕ੍ਰੋਮੋਸੋਮ ਸੈਪਰੇਟ ਹੋ ਜਾਂਦੇ ਆ ਅਗਰ ਕਦੇ-ਕਦੇ ਨॉन ਡਿਸਜੰਕਸ਼ਨ ਹੋ ਜਾਂਦੇ ਸਪੋਜ਼ ਨॉन ਡਿਸਜੰਕਸ਼ਨ ਦਾ ਕੀ ਮਤਲਬ ਜਿਵੇਂ ਪ੍ਰੋਫਾਈਲ ਤੇ ਐਂਟੀ ਟਰਮੀਨਾਈਜੇਸ਼ਨ ਆਫ ਕਿਆਸਮੇਟਾ ਉਹ ਕੰਸਿਸਟੈਂਟ ਰਿਹਾ ਉਹ ਅਲੱਗ ਨਹੀਂ ਹੋਇਆ ਉਸ ਤੋਂ ਬਾਅਦ ਪ੍ਰੋਫੇਜ਼ ਤੋਂ ਬਾਅਦ ਮੈਟਾਫੇਜ਼ ਦੇ ਅੰਦਰ ਤੇ ਇਹ ਦੋਨੋਂ ਕ੍ਰੋਮੋਸੋਮਸ ਤਾਂ ਹਜੇ ਅਟੈਚਡ ਹੈ ਤੇ ਸਪਿੰਡਲ ਫਾਈਬਰ ਅਟੈਚ ਨਹੀਂ ਹੋਏਗਾ ਤੇ ਪੂਰੇ ਕ੍ਰੋਮੋਸੋਮਲ ਪੇਅਰ ਇੱਕ ਹੀ ਗੈਮੀਟ ਦੇ ਅੰਦਰ ਚਲਾ ਜਾਏਗਾ ਤੇ ਦੂਜੇ ਗੈਮੀਟ ਦੇ ਅੰਦਰ ਮਤਲਬ ਦੂਜੇ ਡਾਟਰ ਸੈਲ ਦੇ ਅੰਦਰ ਉਸ ਕ੍ਰੋਮੋਸੋਮ ਨੰਬਰ ਦੀ ਕੋਈ ਵੀ ਕ੍ਰੋਮੋਸੋਮ ਕਾਪੀ ਨਹੀਂ ਜਾਏਗੀ and this is how aneuploidies occur in gametes and in children gametes ਦੇ ਅੰਦਰ aneuploidy ਹੋਈ ਤਾਂ fertilization ਤੋਂ ਬਾਅਦ zygote ਦੇ ਅੰਦਰ aneuploidy ਹੋ ਗਈ ਹੁਣ ਇਸ ਤੋਂ ਬਾਅਦ ਆਂਦੇ ਕਿ ਆਪਾਂ ਨੇ ਟੀਲੋਫੇਜ਼ ਚ ਦੇਖਿਆ ਕਿ ਵਾਪਸ ਨਾਰਮਲ ਡਿਵੀਜ਼ਨ ਹੋ ਜਾਂਦੀ ਹੈ ਸੈਲ ਦੀ ਹੁਣ ਸਿਗਨੀਫੀਕੈਂਸ ਆਫ ਮਿਓਸਿਸ ਕੀ ਹੈ ਜਿਹੜਾ ਮਿਓਸਿਸ ਹੈ is the mechanism by which conservation of specific chromosome number of each species is achieved ठीक है ये conservation हो जाता है chromosome number the each species का across generation
ਸਪੋਜ਼ ਅਗਰ ਮਿਓਸਿਸ ਨਹੀਂ ਹੁੰਦਾ ਤਾਂ ਅਗਰ ਸਿਰਫ ਮਾਈਟੋਸਿਸ ਹੁੰਦਾ ਤਾਂ ਹਰ ਇੱਕ ਡਾਟਰ ਸੈਲ ਤਾਂ ਡਿਪਲੋਇਡ ਹੀ ਹੁੰਦੀ। ਤਾਂ ਕੋਈ ਵੀ ਅਗਰ ਦੋ ਗੈਮੀਟਸ ਵੀ ਡਿਪਲੋਇਡ ਹੁੰਦੇ ਤੇ ਅਗਰ ਉਹ ਫਿਊਜ਼ ਕਰਦੇ, ਸਪੋਜ਼ ਉਹਦੇ ਇਹਦੇ ਅੰਦਰ क्रोमोसोम नंबर 2C है या मान लो 23 डिप्लॉयड 46 है 46 है या 2x है 2x है, तो फर्टिलाइज करके 4x बन जाएगा। फिर अगेन दो सेल्स होंगे 4x 4x, वो फिर तो फ्यूज करके 8x बना लेंगे। एम करके ना नंबर मेंटेन नहीं रह सकता से क्रोमोसोम ਦਾ स्पेशली चेंज ਹੁੰਦੀਆਂ ਰਹਿੰਦੀਆਂ। ਤਾਂ ਕਰਕੇ ਸੈਕਸ਼ੂਅਲੀ ਰੀਪਰੋਡਿਊਸਿੰਗ ਆਰਗੈਨਿਜ਼ਮ ਦੇ ਅੰਦਰ ਇੱਕ ਸੇਮ ਨੰਬਰ ਆਫ ਕ੍ਰੋਮੋਸੋਮ ਅਚੀਵ ਕਰਨ ਲਈ ਮਿਓਸਿਸ ਦੀ ਇੰਪੋਰਟੈਂਸ ਬਹੁਤ ਜ਼ਿਆਦਾ। even though the process per se paradoxically results in reduction of chromosome number by half। ਹੁਣ ਇਹ ਕਿਉਂ ਬੋਲਿਆ ਗਿਆ? ਇਹ ਬੋਲਿਆ ਗਿਆ ਇਸ ਲਈ ਕਿ ਵੈਸੇ ਤਾਂ ਮਿਓਸਿਸ ਦੇ ਕ੍ਰੋਮੋਸੋਮ ਨੰਬਰ ਹਾਫ ਹੋ ਜਾਂਦਾ, ਤਾਂ ਉਹ ਡਿਪਲੋਇਡ ਕਿਵੇਂ ਮੇਨਟੇਨ ਕਰਨ ਚ ਹੈਲਪ ਕਰਦਾ, ਦੈਟ ਇਜ਼ ਥਰੂ ਫਰਟੀਲਾਈਜ਼ੇਸ਼ਨ। ਹੁਣ ਇਹਦੇ ਅੰਦਰ ਜੈਨੇਟਿਕ ਵੇਰੀਏਬਿਲਿਟੀ ਵੀ ਇੰਕਰੀਜ਼ ਹੋ ਜਾਂਦੀ ਹੈ ਮਿਓਸਿਸ ਕਰਕੇ ਜਦੋਂ ਰੀਕੰਬੀਨੇਸ਼ਨ ਹੁੰਦੀ ਹੈ। ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਪੋਪੂਲੇਸ਼ਨ ਆਫ ਆਰਗੈਨਿਜ਼ਮ ਹੈ ਉਹ ਵਨ ਜਨਰੇਸ਼ਨ ਤੋਂ ਨੈਕਸਟ ਜਨਰੇਸ਼ਨ ਲਈ ਮੂਵ ਕਰਦਾ। ਜਿਹੜੀ ਵੇਰੀਏਸ਼ਨ ਹੁੰਦੀ ਹੈ ਇਟ ਇਜ਼ ਇੰਪੋਰਟੈਂਟ ਫॉर द ਪ੍ਰੋਸੈਸ ਆਫ ਐਵੋਲੂਸ਼ਨ। ਠੀਕ ਹੈ, ਚੈਪਟਰ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਹੋਰ ਟੌਪਿਕ ਹੈ ਜਿਹਨੂੰ ਬੋਲਦੇ ਆ ਮਾਈਟੋਜਨਸ। ਆਪਾਂ ਥੋੜਾ ਉਹਦੇ ਬਾਰੇ ਪੜਾਂਗੇ। ਮਾਈਟੋਜਨਸ ਕੀ ਹੁੰਦੇ ਨੇ? ਠੀਕ ਹੈ, ਮਾਈਟੋਜਨਸ ਦਾ ਮਤਲਬ ਹੈ ਕਿ ਦੇ ਪ੍ਰਮੋਟ ਸੈਲ ਡਿਵੀਜ਼ਨ। These are few chemicals which promote cell division, ਜਿਵੇਂ ਕਿ for example auxin ਤੇ cytokinin in plants, cytokinin। ठीक है, ਤੇ insulin in animals, ਜਿਵੇਂ insulin ਜਾਂ insulin like growth factors, ਇਹ ਸਾਰੇ like growth factors ਇਹ animals ਦੇ ਅੰਦਰ ਹੁੰਦੇ ਨੇ, ਮਾਈਟੋਜਨ ਹੁੰਦੇ ਨੇ। ਹੁਣ ਇਸ ਤੋਂ ਬਾਅਦ ਆ ਜਾਏਗਾ ਮਾਈਟੋਟਿਕ ਪੋਇਜ਼ਨ। ਇਹ ਕੀ ਹੁੰਦਾ? ਜਿਹੜਾ ਹੁਣ ਮਾਈਟੋਟਿਕ ਪੋਇਜ਼ਨ ਹੈ ਇਹ ਕੀ ਕਰਦਾ? ਇਹ ਡਿਵੀਜ਼ਨ ਨੂੰ ਰੋਕਦੇ, ਡਿਵੀਜ਼ਨ ਨਹੀਂ ਹੁੰਦਾ। ਹੁਣ ਉਹਦੇ ਕੁਝ ਐਗਜ਼ਾਮਪਲ, ਸਭ ਤੋਂ ਪਹਿਲਾਂ ਕੋਲਚਿਸਿਨ। ਕੋਲਚਿਸਿਨ ਦਾ ਕੀ ਹੁੰਦਾ ਕਿ obtained from colchicine autumnale, ਇੱਕ ਪਲਾਂਟ ਹੈ, ਉਹਦੇ ਕੌਨ ਤੋਂ ਇਹ ਮਿਲਦਾ ਹੈ ਕੋਲਚਿਸਿਨ। ਇਹ ਕੀ ਕਰਦਾ ਕਿ ਪੋਲੀਮਰਾਈਜ਼ੇਸ਼ਨ ਆਫ ਮਾਈਕਰੋਟਿਬਿਊਲੀ ਨਹੀਂ ਹੋਣ ਦਿੰਦਾ। ਅਗਰ ਪੋਲੀਮਰਾਈਜ਼ੇਸ਼ਨ ਆਫ ਮਾਈਕਰੋਟਿਬਿਊਲੀ ਨਹੀਂ ਹੋਏਗਾ ਤਾਂ ਸਾइटोस्केलेटन भी नहीं बनेगा, तो स्पिंडल फाइबर्स से सेंट्रॉइड्स भी नहीं बनेंगे। ठीक है, अगर सेंट्रॉइड्स नहीं बने, स्पिंडल फाइबर्स नहीं बने तो ऑब्वियसली डिवीजन तो हो ही नहीं सकती। तो कोलचिसिन की कर दे प्रिवेंट पॉलीमराइजेशन ऑफ माइक्रोट्यूब्यूल्स। ठीक है, इस तो अलावा होर की हुंदा है कि देयरफॉर प्रिवेंट स्पिंडल फॉर्मेशन, स्पिंडल फाइबर या फिर स्पिंडल फॉर्मेशन। इस तो बाद की आएगा कि होर की करते हैं इसके अंदर कांट प्रिवेंट क्रोमोसोम डुप्लीकेशन। क्रोमोसोम डुप्लीकेशन के अंदर तो कोई भी माइक्रोट्यूब्यूल का रोल नहीं है, तो फिर कांट प्रिवेंट क्रोमोसोम डुप्लीकेशन। ठीक है, एंड सेंट्रोमियर स्प्लिटिंग भी प्रिवेंट नहीं कर सकता कि सेंट्रोमियर स्प्लिटिंग भी हो जाएगी। ठीक है, एंड अरेस्ट प्रोसेस या फिर इवेंट्स देयरफॉर इंड्यूस पॉलीप्लॉइडी। की करता कि इन्होंने जो भी इवेंट है ना, क्रोमोसोम डुप्लीकेशन, डीएनए रेप्लिकेशन या सेंट्रोमियर स्प्लिटिंग, इन्होंने प्रिवेंट नहीं कर सकता क्योंकि ये अंदर ट्यूबुलिन का रोल नहीं है। तो इस करके जो कोलचिसिन है इट कैन इंड्यूस डिप्लॉइडी। कोलचिसिन इज यूज्ड इन वेरियस जेनेटिक लैब्स कि जो कोई भी पॉलीप्लॉइडी इंड्यूस करके आप कोई भी लैब रिसर्च होनी होती है
the colchicine is commonly used there. ਹੁਣ ਜਿਹੜਾ ਇਹ ਐਨਡੀਏ ਦੇ ਅੰਦਰ ਇੱਕ ਕੁਐਸਚਨ ਆਇਆ ਹੋਇਆ ਐਨਡੀਏ ਦੇ ਮੌਕ ਟੈਸਟ ਦੇ ਅੰਦਰ ਕਿ ਇਨ ਦਿਸ ਸੈਲ ਜਿਹੜਾ ਹੁੰਦਾ ਸੈਲ ਰੀਚ ਮੈਟਾਫੇਸ but cannot complete it. Cell reach metaphase but can't complete. ਹੁਣ ਇਸ ਤੋਂ ਬਾਅਦ ਆ ਜਾਏਗਾ ਦੂਜਾ, ਇਹ ਤਾਂ ਨੰਬਰ 1 colchicine ਹੋ ਗਿਆ। ਨੰਬਰ 2 ਆਏਗਾ ਮਸਟਰਡ ਗੈਸ। ਜਿਹੜਾ ਮਸਟਰਡ ਗੈਸ ਹੈ ਉਹ ਕੀ ਕਰਦਾ, causes agglutination of chromosomes, agglutination of chromosomes। तो उसके बाद एक तीजा आंदा है टेक्सोल। टेक्सोल क्या करता है, प्रिवेंट शॉर्टनिंग ऑफ स्पिंडल फाइबर्स, प्रिवेंट शॉर्टनिंग ऑफ स्पिंडल फाइबर्स। ਇਹਦੇ ਅੰਦਰ ਹੋ ਕੀ ਹੈ ਕਿ ਨਾਰਮਲ प्रोफेज एंड मेटाफेज ਤਾਂ ਹੁੰਦਾ बट उस तो बाद बाकी इवेंट्स नहीं हो सकते। इस एंड सेल गेट्स ब्लॉक्ड इन अर्ली एनाफेज। ये है कि नॉर्मल प्रोफेज मेटाफेज takes place but further division cannot therefore ये arrest हो जाता है, rest in anaphase, early anaphase बोला जाए, early anaphase। ਹੁਣ ਇਹ ਸੈਲ ਡਿਵੀਜ਼ਨ ਨੂੰ ਅਰੈਸਟ ਕਰਦੇ ਤਾਂ ਜਿਹੜਾ ਟੈਕਸੋਲ ਹੈ ਨਾ ਇਟ ਇਜ਼ ਯੂਜ਼ਡ ਇਨ ਟ੍ਰੀਟਮੈਂਟ ਆਫ ਕੈਂਸਰ। ਟ੍ਰੀਟਮੈਂਟ ਨੂੰ ਹमें RX ਨਾਲ ਡਿਨੋਟ ਕਰਦੇ ਨਾ, ਤਾਂ ਟ੍ਰੀਟਮੈਂਟ ਆਫ ਕੈਂਸਰ। इट इज ऑल्सो कॉल्ड एंटी कैंसर ड्रग। ठीक है, ये हो गया अपने माइटोजेंस ते माइटोटिक पॉइजन। एक होर क्वेश्चन आंदा कि ਜਿਹਦੇ ਅੰਦਰ ਪੁੱਛਿਆ ਜਾਂਦਾ ਕਿ क्रोमोसोम नंबर ਤੇ DNA कंटेंट या फिर DNA मैटर की है एट वेरियस स्टेजेस ऑफ सेल साइकिल। एक वो क्वेश्चन भी ਆਪਾਂ ਹੁਣ ਸੋਲਵ ਕਰਦਾ ਕਿਉਂਕਿ ਹੁਣ ਆਪਾਂ ਨੇ ਮਾਈਟੋਸਿਸ ਤੇ ਮਿਓਸਿਸ ਦੋਨੋਂ ਪੜ੍ਹ ਲਿੱਤਾ, ਤਾਂ ਹੁਣ ਇੱਕ ਉਹ ਕੁਐਸਚਨ ਸੋਲਵ ਕਰਾਂਗੇ ਆਪਾਂ। ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਸੀਗਾ till the interphase of mitosis ਤੇ after M phase ਕੀ ਹੋਏਗਾ, ਬਟ ਉਹਨਾਂ ਦੇ ਹਰ ਇੱਕ ਸਟੇਜ ਤੇ ਨਹੀਂ ਦੱਸਿਆ ਗਿਆ ਸੀਗਾ। ਠੀਕ ਹੈ, ਹੁਣ ਇਹਨੂੰ ਹੁਣ ਇਨ ਡਿਟੇਲਸ ਕਰਦੇ ਹਾਂ। एंड पे मुझे अपने को करते हैं हम लेबल कर देंगे कि क्रोमोसोम स्टेज केड़ी है, उस तो बाद सॉरी क्रोमोसोम नंबर की है, फिर क्रोमैटिड किन्ने ने, उस तो बाद आ जाएगा डीएनए कंटेंट किन्ना। ठीक है, सब तो पहला होना आएगा माइटोसिस। माइटोसिस दा G1 S ਤੇ G2 ਦਾ ਆਪਾਂ ਨੇ ਕਵਰ ਕਰ ਲਿੱਤਾ। ਹੁਣ ਆਏਗਾ ਮਾਈਟੋਸਿਸ ਦੇ ਪ੍ਰੋਫੇਸ, ਮੈਟਾਫੇਸ, ਐਨਾਫੇਸ ਤੇ ਟੀਲੋਫੇਸ। ਹੁਣ ਮਾਈਟੋਸਿਸ ਦਾ ਪ੍ਰੋਫੇਸ ਉਹਦੇ ਨਾਲ क्रोमोसोम ਤਾਂ ਕਿਉਂਕਿ ਸਾਰੇ ਕੰਡੈਂਸ ਹੋ ਗਏ ਆ ਤਾਂ क्रोमोसोम्स होंगे 46। ठीक है, क्रोमैटिड्स भी क्योंकि हर एक दिन सिस्टर क्रोमैटिड्स है ਤਾਂ क्रोमैटिड्स ਦੀ ਡਬਲ ਹੋਣਗੀਆਂ, 46 into 2 ਹੋਏਗਾ 92। ठीक है, तो डीएनए ਨੂੰ 2C ਨਾਲ ਡਿਨੋਟ ਕਰ ਦਿੰਦੇ ਆ। ਹੁਣ ਮੈਟਾਫੇਜ਼ ਆ ਗਿਆ। ਮੈਟਾਫੇਜ਼ ਦੇ ਅੰਦਰ ਵੀ ਕ੍ਰੋਮੋਸੋਮਸ ਕਿੰਨੇ ਹੋਣਗੇ 46, ਕ੍ਰੋਮੈਟਿਡਸ ਕਿੰਨੇ ਹੋਣਗੇ 92 ਤੇ ਡੀਐਨਏ ਕੰਟੈਂਟ 2C। ਹੁਣ ਆਏਗਾ ਐਨਾਫੇਜ਼। ਹੁਣ ਐਨਾਫੇਜ਼ ਦੇ ਅੰਦਰ ਕੀ ਹੋ ਗਿਆ ਹੈ ਕਿ ਜਿਹੜਾ ਆਪਣਾ ਮਟੀਰੀਅਲ ਹੈ ਉਹ डिवाइड हो गया, मतलब नंबर ऑफ सेंट्रोमेयर्स इंक्रीज हो गए ने, तो फिर हम क्रोमोसोम्स नु की बोलांगे 92 क्रोमोसोम्स बोलांगे। बट सिस्टर क्रोमैटिड्स जिन्हें होता सेम ने, सेंट्रोमेयर दी स्प्लिटिंग हो गई है तो फिर नंबर ऑफ क्रोमोसोम्स इंक्रीज हो गए। क्रोमोसोम नंबर हमेशा सेंट्रोमेयर्स नु काउंट करके ही पता दस देंगे।
ਤਾਂ ਕ੍ਰੋਮੈਟਿਡਸ ਤਾਂ ਸੇਮ ਹੈ ਤੇ ਡੀਐਨਏ ਕੰਟੈਂਟ ਵੀ ਸੇਮ ਹੈ। ਸੇਮ ਫॉर टीलोफेज, क्रोमोसोम्स 92, क्रोमैटिड्स 92, डीएनए कंटेंट 2C। ਹੁਣ एंड ऑफ माइटोसिस या फिर आफ्टर एम फेज, ਹੁਣ ਆਪਾਂ ਨੂੰ ਪੂਰੀ 2 ਪ੍ਰੋਪਰ ਡਾਟਰ ਸੈਲਸ ਮਿਲ ਗਈ ਹੈ ਤਾਂ ਕ੍ਰੋਮੋਸੋਮ ਹੁਣ ਹਾਫ ਹੋ ਜਾਣਗੇ, ਮਤਲਬ 46 ਆ ਗਏ। क्रोमैटिड्स भी हाफ हो जाएंगे, मतलब 46 आ गई। तो डीएनए कंटेंट भी हाफ हो जाएगा, मतलब C आ गया। ठीक है, रादर इनू एज सच डिप्लॉयड हैप्लॉयड डिनोट करन ਲਈ ਆਪਾਂ ਐਂ ਵੀ ਬੋਲ ਸਕਦੇ ਹਾਂ ਕਿ दिस इज कंटेंट ਜਦੋਂ आफ्टर एस फेज तो बाद है 2C। अगर बिफोर एस फेज कंटेंट ਨੂੰ एस 2C बोलांगे तो एस फेज तो बाद कंटेंट 4C हो जाएगा। तो ये सब चीज ध्यान रख लेना कि 2C ਤੇ 4C ਦੇ ਵਿੱਚ ਤੁਸੀਂ कंफ्यूज ना हो। ये क्वेश्चन ਦੇ ਅੰਦਰ ਕੀ ਦਿੱਤੇ कि लेट सपोज डीएनए मटेरियल बिफोर एस फेज इज 4C या फिर 2C। फिर उसके बाद आ गया ये भी हो जाएगा। ये तो हो गया अपना माइटोसिस का। ਹੁਣ ਆਏਗਾ ਮਿਓਸਿਸ स्टेज, क्रोमोसोम, क्रोमैटिड, डीएनए मटेरियल। सब तक पहला आएगा प्रोफेज 1। ਇਹਦੇ ਨਾਲ क्रोमोसोम्स कितने होंगे 46। ठीक है, क्रोमैटिड कितने होंगे ਉਹਦੇ डबल 92, डीएनए कंटेंट 2C। ਹੁਣ मेटाफेज 1 46 92 2C। एनाफेज, ਹੁਣ एनाफेज 1 ध्यान देना 46 ਤੇ क्रोमैटिड्स कितने रहने, क्रोमैटिड्स भी मतलब सॉरी क्रोमोसोम्स नहीं इंक्रीज होए क्योंकि उरे सेंट्रोमेयर ਦੀ ਸਪਲਿਟਿੰਗ ਨਹੀਂ ਹੈ, ਉਹ 46 ਹੀ ਰਹੇ। ਤੇ ਜਿਹੜਾ क्रोमैटिड्स है वो तो ऑब्वियसली 92 है ਤੇ डीएनए कंटेंट 2C है। ਹੁਣ आ गया टीलोफेज। टीलोफेज 1 46 92 ते आएगा डीएनए कंटेंट 2C। आएगा इंटरकाइनेसिस। इंटरकाइनेसिस क्रोमोसोम नंबर हाफ हो गया क्योंकि सेल डिवाइड कर गया, तो क्रोमोसोम नंबर 23 हो जाएगा। क्रोमैटिड भी हाफ हो जाएंगे, मतलब 46। ठीक है, तो डीएनए कंटेंट भी हाफ हो गया। आएगा इंटरकाइनेसिस। डीएनए कंटेंट ਨੂੰ as such मतलब डिनोट करना थोड़ा मुश्किल है कि किवें कमांगे 2C या फिर मतलब 4C। तो ਉਹਦੇ ਵਿੱਚ कंफ्यूज नहीं होना कि ਜਿਹੜਾ ਵੀ डीएनए कंटेंट रहेगा वो हाफ हो जाएगा। फिर आएगा प्रोफेज 1। ਹੁਣ ਇਹਦੇ ਅੰਦਰ क्रोमोसोम्स 23 ਰਹਿਣਗੇ, क्रोमैटिड्स 46 होंगे। ਹੁਣ ਆਏਗਾ मेटाफेज 2 मेटाफेज 2। ਇਹਦੇ ਅੰਦਰ क्रोमोसोम्स 23 ਤੇ क्रोमैटिड्स 46। ਹੁਣ ਹੋਏਗਾ एनाफेज। ਹੁਣ एनाफेज के अंदर ਕੀ रहेगा, क्रोमोसोम नंबर तो सेम ही रहेगा, ਜਿਹੜਾ सिस्टर क्रोमैटिड नंबर है वो भी सेम ही रहेगा। ਹੁਣ ਉਰੇ ਆਪਾਂ ਨੇ ਕੈਚ ਕੀ ਕਰਨਾ ਹੈ, ਠੀਕ ਹੈ। ਉਰੇ ਹੁਣ ਗਲਤੀ ਕੀ ਹੁੰਦੀ ਹੈ ਸਭ ਤੋਂ ਜ਼ਿਆਦਾ, ਇਹ ਹੈ ਕਿ ਜਿਹੜਾ ਇੱਕ ਸੈੱਲ ਦੇ ਅੰਦਰ ਹੋ ਗਿਆ ਹਾਫ, ਠੀਕ ਹੈ, ਬਟ ਅਗਰ ਓਵਰਆਲ ਟੋਟਲ ਦੇਖਿਆ ਜਾਵੇ ਉਹ ਤਾਂ ਆਪਾਂ 46 ਬੋਲਾਂਗੇ, ਮਤਲਬ ਇੱਕ ਸੈੱਲ ਦੇ ਰਿਸਪੈਕਟ ਦੇ ਅੰਦਰ ਹੈ ਕਿ ਇੱਕ ਸੈੱਲ ਦੇ ਅੰਦਰ 23 क्रोमोसोम्स चले गए हैं, पहला 46 है, ठीक है। 46 की हमें डिसजंक्शनिंग हो गई है, तो हाफ एक सेल ਦੇ ਅੰਦਰ ਗਏ ਤਾਂ ਹਾਫ ਦੂਜੇ ਸੈੱਲ ਦੇ ਅੰਦਰ ਗਏ, ਠੀਕ ਹੈ। ਤੇ ਹੁਣ ਉਹਦੇ ਐਨਾਫੇਜ਼ ਦੇ ਅੰਦਰ ਸਪਲਿਟਿੰਗ ਹੋ ਗਈ ਹੈ, ਸਪਲਿਟਿੰਗ हुई है तो क्रोमोसोम नंबर डबल हो जाएगा, तो 46 आएगा क्रोमोसोम नंबर। ਤੇ ਬਟ ਸਿਸਟਰ क्रोमैटिड ਦਾ ਨੰਬਰ ਤਾਂ ਸੇਮ ਹੈ, ਤੇ ਇਸ ਕਰਕੇ
ਉਹ 46 ਹੀ ਰਹੇਗਾ। ਠੀਕ ਹੈ, ਤੇ ਹੁਣ ਜਿਹੜਾ ਇੰਟਰਕਾਈਨੇਸਿਸ ਹੈ ਉਹਦੇ ਅੰਦਰ ਕ੍ਰੋਮੋਸੋਮ ਕੰਟੈਂਟ C ਹੈ। ਠੀਕ ਹੈ, ਪ੍ਰੋਫੇਜ਼ ਦੇ ਅੰਦਰ ਉਹ ਵੀ C ਹੀ ਰਹੇਗਾ ਕਿਉਂਕਿ ਉਹਦੀ ਡਬਲਿੰਗ ਤਾਂ ਹੋਈ ਨਹੀਂ ਹੈ, ਤਾਂ ਮੈਟਾਫੇਜ਼ ਦੇ ਅੰਦਰ ਵੀ C ਰਹੇਗਾ ਤੇ ਐਨਾਫੇਜ਼ ਦੇ ਅੰਦਰ ਵੀ, ਆਬਵੀਅਸਲੀ ਕਿਉਂਕਿ ਹਜੇ ਤੱਕ ਡੁਪਲੀਕੇਸ਼ਨ ਨਹੀਂ ਹੋਈ ਹੈ। ਹੁਣ ਉਸ ਤੋਂ ਬਾਅਦ ਅੱਗੇ ਚੱਲਦੇ ਹੋਏ ਐਨਾਫੇਜ਼ ਤੋਂ ਬਾਅਦ ਆਏਗਾ ਟੀਲੋਫੇਜ਼। ਟੀਲੋਫੇਜ਼ 2, ਇਹਦੇ ਅੰਦਰ ਵੀ 46 ਤੇ C। ਹੁਣ ਕੀ ਹੋ ਗਿਆ ਹੈ ਕਿ ਟੀਲੋਫੇਜ਼ ਹੈ, ਟੀਲੋਫੇਜ਼ ਤੋਂ ਬਾਅਦ ਆਪਣਾ ਮਾइटोसिस या फिर आफ्टर माइटोसिस नहीं, मियोसिस, आफ्टर मियोसिस 2 क्रोमोसोम नंबर हाफ हो जाएगा क्योंकि साइटोकाइनेसिस हो गया 23। ਹੁਣ क्रोमैटिड ਦਾ ਨੰਬਰ भी हाफ हो जाएगा 23 ਤੇ ਹੁਣ डीएनए कंटेंट भी हाफ हो जाएगा 1/2 से। बस उरे थोड़ा कंफ्यूजन ਲਈ ਕੀ ਧਿਆਨ ਰੱਖੀਏ, ਜਿਹੜਾ C ਹੈ, C is the amount of DNA in a normal diploid cell। तो 46 है नंबर ऑफ क्रोमोसोम इन डिप्लॉयड। ठीक है, हम अपना एंड ते अपन ने किस चीज पे फोकस करना है। देखो, आफ्टर माइटोसिस की स्टेट है ते आफ्टर मियोसिस 2 की स्टेट है। आफ्टर माइटोसिस ਜਿਹੜਾ क्रोमोसोम नंबर है वो भी सेम रहेगा, 46 है नॉर्मल डिप्लॉयड के अंदर, क्रोमोसोम नंबर 46 है। क्रोमैटिड 46 ने, मतलब क्रोमैटिड तो ऐसे जब इंटरफेस के अंदर बोलते नहीं है क्योंकि डीएनए डीकंडेंस हो जाता है, बट इट इज ए रिस्पेक्ट दिखाने ले कि डिप्लॉयड ही मेंटेन है तो डीएनए कंटेंट C है, नॉर्मल डिप्लॉयड के अंदर भी डीएनए कंटेंट C है। ਹੁਣ ਆਏਗਾ ਮਿਓਸਿਸ 2 ਦੇ ਬਾਅਦ ਕੀ ਹੁੰਦਾ ਤੇ ਇੰਟਰਕਾਈਨੇਸਿਸ ਵੀ ਧਿਆਨ ਦੇਵਾਂਗੇ। ਸਭ ਤੋਂ ਪਹਿਲਾਂ ਇੰਟਰਕਾਈਨੇਸਿਸ ਦੇਖਦੇ ਹਾਂ। ਇੰਟਰਕਾਈਨੇਸਿਸ ਦੇ ਅੰਦਰ ਕੀ ਹੋਇਆ, क्रोमोसोम नंबर हाफ हो गया क्योंकि हाफ क्रोमोसोम्स एक डॉटर सेल च गए थे, हाफ दूजे डॉटर सेल च गए, बट क्रोमैटिड नंबर सेम रहा। क्यों ये क्यों होया, क्योंकि ਜਿਹੜਾ क्रोमैटिड है ਉਹ ਜਿਹੜਾ ਵੀ क्रोमोसोम है ਉਹਦੇ सेंटर ਤੋਂ स्प्लिटिंग ਤਾਂ नहीं हुई, सेंट्रोमेयर स्प्लिटिंग ਤਾਂ ਹਾਫ ਹੋ ਗਿਆ मतलब, बट एक क्रोमोसोम ਦੇ ਅੰਦਰ ਜਿਹੜੇ क्रोमैटिड्स है वो सेम रहे क्योंकि क्रोमोसोम्स डिवाइड हो गए सेल्स के अंदर तो क्रोमैटिड नंबर हाफ हो गया। बट अगर एक क्रोमोसोम के अंदर देखा जाए तो ਉਹਦੇ ਅੰਦਰ ਹਜੇ ਵੀ क्रोमैटिड्स का नंबर 2 है ਤਾਂ ਕਰਕੇ 46 नॉर्मल डिप्लॉयड सेल ਦੇ ਵਾਂਗੂ। तो उस तो बाद डीएनए कंटेंट भी नॉर्मल डिप्लॉयड सेल ਦਾ ਹਜੇ C है, तो मतलब हजे भी अपने कोल डीएनए कंटेंट डबल है, हजे ਆਪਾਂ ਉਹਨੂੰ हाफ करना ਤਾਂ ਕਰਕੇ ਉਸ ਤੋਂ ਬਾਅਦ मियोसिस 2 होएगा। ਹੁਣ एट द एंड ऑफ मियोसिस 2 देखो, क्रोमोसोम नंबर भी हाफ हो गया नॉर्मल तो, क्रोमैटिड्स भी हाफ हो गए तो डीएनए कंटेंट भी हाफ हो गया नॉर्मल तो। ਤੇ ਇਸ ਕਰਕੇ ਇਹ ਜਿਹੜੇ ਦੋ ਟੇਬਲਸ ਹੈ ਇਹਨੂੰ ਅੱਛੀ ਤਰ੍ਹਾਂ ਧਿਆਨ ਨਾਲ ਸਮਝ ਕੇ ਕਰਨਾ। ਇਹ ਚ ਮੈਂ ਕੋਈ ਰੱਟੇ ਲਗਾਉਣ ਵਾਲੀ ਚੀਜ਼ ਨਹੀਂ ਹੈ, ਬਸ ਹਮੇਸ਼ਾ ਇੱਕ ਰੈਫਰੈਂਸ ਪੁਆਇੰਟ ਧਿਆਨ ਰੱਖਣਾ ਕਿ ਕੁਐਸਚਨ ਦੇ ਅੰਦਰ ਰੈਫਰੈਂਸ ਕੀ ਦਿੱਤਾ ਗਿਆ ਕਿ ਨਾਰਮਲ ਦੇ ਅੰਦਰ C ਹੈ ਤੇ ਨੰਬਰ ਆਫ ਕ੍ਰੋਮੋਸੋਮਸ ਕਿੰਨੇ ਹੈ। ਬਸ ਇਸੇ ਬੇਸਿਸ ਤੇ ਇਹਨੂੰ ਬਹੁਤ ਅਲੱਗ-ਅਲੱਗ ਤਰੀਕੇ ਦੇ ਕੁਐਸਚਨਸ ਬਣ ਜਾਂਦੇ ਨੇ ਕਨਫਿਊਜ਼ ਕਰਨ ਲਈ। ਹੁਣ ਅੱਗੇ ਆਪਾਂ ਸਮਰੀ ਦੇਖਦੇ ਹਾਂ ਚੈਪਟਰ ਦੀ ਕਿ ਉਹਦੇ ਅੰਦਰ ਕੁਝ ਇੰਪੋਰਟੈਂਟ ਪੁਆਇੰਟਸ ਹੈ ਤੇ ਉਸ ਤੋਂ ਬਾਅਦ ਐਕਸਰਸਾਈਜ਼ ਡਿਸਕਸ ਕਰਾਂਗੇ। According to cell theory, cells arise from pre-existing cells. The process by which this occurs is called cell division. ਹੁਣ cell division ਬੋਲਾਂਗੇ। ਹੁਣ ਕੋਈ ਵੀ sexually reproducing organism ਹੈ, ਉਹਦਾ ਲਾਈਫ ਸਾਈਕਲ ਸਟਾਰਟ ਹੁੰਦਾ ਹਮੇਸ਼ਾ ਇੱਕ ਸਿੰਗਲ ਸੈਲ ਡਾਇਗੋਟ ਤੋਂ। ਫॉर एग्जांपल ਹਿਊਮਨਸ ਦਾ ਵੀ ਫਰਟੀਲਾਈਜੇਸ਼ਨ ਕਰਕੇ ਇੱਕ ਸਿੰਗਲ ਸੈਲ ਜ਼ਾਈਗੋਟ ਬਣਦਾ। ਹੁਣ ਜਿਹੜਾ ਸੈਲ ਡਿਵੀਜ਼ਨ ਹੈ it does not stops with formation of mature organisms but continues throughout its life cycle। अगर ਹੁਣ ਪੁੱਛਿਆ ਜਾਵੇ ਆਪਣੇ ਅੰਦਰ growth ਹੋ ਰਹੀ ਹੈ, yes obviously ਹਜੇ ਵੀ ਪ੍ਰੈਜ਼ੈਂਟਲੀ ਆਪਣੇ ਅੰਦਰ growth ਹੋ ਰਹੀ ਹੈ ਕਿਉਂਕਿ ਸੈਲ ਡਿਵੀਜ਼ਨ takes place ਹੋ ਰਹੀ ਹੈ। ਹੁਣ ਆਂਦਾ ਕਿ ਜਿਹੜਾ stages at which cell passes from one division to the next is called the cell cycle। ਠੀਕ ਹੈ, ਇਹ ਲਾਈਨ ਨਵੀਂ ਮਿਲ ਗਈ ਆਪਾਂ ਨੇ ਸਮਰੀ ਦੇ ਅੰਦਰ, ਇਸ ਕਰਕੇ ਸਮਰੀ ਹਮੇਸ਼ਾ ਪੜ੍ਹਨੀ ਚਾਹੀਦੀ ਹੈ। ਹੁਣ ਕਰਕੇ ਜਿਹੜਾ ਸੈਲ ਸਾਈਕਲ ਹੈ ਦੋ ਫੇਸਿਸ ਡਿਵਾਈਡ ਹੁੰਦਾ। ਇੰਟਰਫੇਸ ਜਿਹੜਾ ਪੀਰੀਅਡ ਆਫ ਪ੍ਰੈਪਰੇਸ਼ਨ ਆਫ ਸੈਲ ਡਿਵੀਜ਼ਨ ਹੈ, ਇੰਟਰਫੇਸ ਪੀਰੀਅਡ ਆਫ ਪ੍ਰੈਪਰੇਸ਼ਨ ਆਫ ਸੈਲ ਡਿਵੀਜ਼ਨ, ਤੇ ਮਾਈਟੋਸਿਸ ਜਾਂ ਫਿਰ ਐਮ ਫੇਸ ਦ ਐਕਚੁਅਲ ਪੀਰੀਅਡ ਆਫ ਡਿਵੀਜ਼ਨ।
ਹੁਣ ਇੰਟਰਫੇਸ ਨੂੰ ਅੱਗੇ 3 ਚ ਡਿਵਾਈਡ ਕੀਤਾ, G1S G2। G1S ਜਿਹੜਾ G1 ਪੀਰੀਅਡ ਹੈ, ਫੇਜ਼ ਹੈ, ਉਹਦੇ ਅੰਦਰ ਸੈਲ ਗਰੋ ਹੁੰਦਾ ਹੈ, ਕੈਰੀਜ਼ ਆਊਟ ਨਾਰਮਲ ਮੈਟਾਬੋਲਿਜ਼ਮ, ਮੋਸਟ ਆਫ ਦੀ ਆਰਗੇਨਲ ਰਿਪਲੀਕੇਸ਼ਨ ਹੋ ਜਾਂਦੀ ਹੈ ਡਿਊਰਿੰਗ ਦਿਸ ਫੇਜ਼। ਇਸ ਫੇਜ਼ ਅੰਦਰ ਫੇਜ਼ ਆਫ ਡੀਐਨਏ ਰਿਪਲੀਕੇਸ਼ਨ ਹੁੰਦਾ ਹੈ ਤੇ ਕ੍ਰੋਮੋਸੋਮ ਡੁਪਲੀਕੇਸ਼ਨ ਹੋਏਗਾ। ਹੁਣ G2 ਦੇ ਅੰਦਰ ਕੀ ਹੁੰਦਾ, ਸਾਈਟੋਪਲਾਜ਼ਮਿਕ ਗਰੋਥ ਹੋ ਜਾਂਦੀ ਹੈ। ਹੁਣ ਮਾਈਟੋਸਿਸ ਹੈ, ਉਹ ਅੱਗੇ 4 ਸਟੇਜਸ ਡਿਵਾਈਡ ਕੀਤਾ ਗਿਆ, ਪ੍ਰੋਫੇਜ਼, ਮੈਟਾਫੇਜ਼, ਐਨਾਫੇਜ਼ ਤੇ ਟੀਲੋਫੇਜ਼। क्रोमोसोम कंडेंसेशन होएगी प्रोफेज, साइमल्टेनियस सेंट्रोइड्स मूव करेंगे ऑपोजिट पोल पे, दोनों काम करे हो रहे प्रोफेज के अंदर। क्रोमोसोम कंडेंसेशन, सेंट्रोइड्स मूव टू ऑपोजिट पोल। वो न्यूक्लियर एनवेलप है, वो डिसइंटीग्रेट हो जाएगा, न्यूक्लियोलस डिसअपीयर हो जाएगा, स्पिंडल फाइबर फॉर्मेशन स्टार्ट हो जाएगी। मेटाफेज क्या में होता है, इट इज मार्क्ड बाय द अलाइनमेंट ऑफ क्रोमोसोम्स एट द इक्वेटोरियल प्लेट। ਹੁਣ एनाफेज ਦੇ ਅੰਦਰ ਕੀ ਹੁੰਦਾ ਹੈ ਕਿ ਸੈਂਟਰੋਮੀਰ ਡਿਵਾਈਡ ਹੋ ਜਾਏਗਾ, एनाफेज ਦੇ ਅੰਦਰ ਸੈਂਟਰੋਮੀਰ ਡਿਵਾਈਡ ਹੋ ਜਾਏਗਾ ਤੇ क्रोमैटिड्स ऑपोजिट एंड से तरफ मूव करना शुरू हो जाएंगे। once the chromatids reach to the opposite pole, the chromosomal elongation starts, nucleolus and nuclear membrane reappear। ਇਹ ਕਿਹੜਾ ਫੇਜ਼ ਹੈ, टीलोफेज। ਹੁਣ ਜਿਹੜਾ ਨਿਊਕਲੀਅਰ ਡਿਵੀਜ਼ਨ ਹੈ is then followed by cytoplasmic division and is called cytokinesis। Mitosis is the equational division in which chromosome number and the parent is conserved in the daughter cell। ਹੁਣ ਇਹ ਇੱਕ ਪੈਰਾਗ੍ਰਾਫ ਦੇ ਅੰਦਰ ਪੂਰਾ ਮਾਈਟੋਸਿਸ ਸਮਰਾਈਜ਼ ਕੀਤਾ ਗਿਆ। ਉਹਦੇ ਇੰਟਰਫੇਜ਼ ਦੇ ਅੰਦਰ 3 ਫੇਜ਼ ਰਹਿਣਗੇ। ਫਿਰ ਆਪਾਂ ਨੇ ਉਹਦੇ ਕੁਝ ਚੈੱਕ ਪੁਆਇੰਟਸ ਪੜ੍ਹੇ ਸੀ, G1S ਚੈੱਕ ਪੁਆਇੰਟ, ਫਿਰ ਉਸ ਤੋਂ ਬਾਅਦ ਇੰਟਰਾ S ਚੈੱਕ ਪੁਆਇੰਟ ਤੇ G2M ਚੈੱਕ ਪੁਆਇੰਟ। ਫਿਰ ਉਸ ਤੋਂ ਬਾਅਦ ਆ ਜਾਂਦਾ ਕਿ ਇਹ ਇੰਟਰਫੇਸ ਕ੍ਰਾਸ ਕਰਨ ਤੋਂ ਬਾਅਦ ਐਮ ਫੇਸ ਆਉਂਦਾ, ਐਮ ਫੇਸ ਅੰਦਰ ਐਕਚੁਅਲ ਡਿਵੀਜ਼ਨ ਹੁੰਦੀ ਹੈ, ਸਪਲਿਟਿੰਗ ਆਫ ਸੈਂਟਰੋਮੀਰ ਹੁੰਦੀ ਹੈ। ਫਿਰ ਉਸ ਤੋਂ ਬਾਅਦ ਟੀਲੋਫੇਜ਼ ਦੇ ਐਂਡ ਤੇ ਡਿਵਾਈਡ ਹੋ ਜਾਂਦੇ ਨੇ ਕ੍ਰੋਮੋਸੋਮਸ ਤੇ, ਫਿਰ ਉਸ ਤੋਂ ਬਾਅਦ ਸਾਈਟੋਕਾਈਨੇਸਿਸ ਹੋ ਕੇ 2 ਡਾਟਰ ਸੈਲਸ ਬਣ ਜਾਂਦੇ ਨੇ। ਸਾਈਟੋਕਾਈਨੇਸਿਸ ਦੇ ਪ੍ਰੋਸੈਸ ਡਿਫਰੈਂਟ ਹੁੰਦੇ ਐਨੀਮਲ ਤੇ ਪਲਾਂਟ ਦੇ ਅੰਦਰ। ਐਨੀਮਲ ਦੇ ਅੰਦਰ ਫਰੋ ਬਣਦਾ ਇੱਕ, ਤੇ ਉਸ ਤੋਂ ਬਾਅਦ ਜਿਹੜਾ ਪਲਾਂਟਸ ਹੈ ਉਹਦੇ ਅੰਦਰ ਇੱਕ ਸੈਂਟਰ ਪਲੇਟ ਬਣਦੀ ਹੈ, ਉਹਦੇ ਥਰੂ ਡਿਵੀਜ਼ਨ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆਉਂਦੇ ਇਨ ਕੰਟਰਾਸਟ ਟੂ ਮਾਈਟੋਸਿਸ, ਮਿਓਸਿਸ ਅਕਰ ਇਨ ਡਿਪਲੋਇਡ ਸੈਲਸ। ਜਿਹੜਾ ਮਾਈਟੋਸਿਸ ਹੈ ਉਹ ਮੋਸਟਲੀ ਹਮੇਸ਼ਾ ਡਿਪਲੋਇਡ ਦੇ ਅੰਦਰ ਨਹੀਂ ਹੁੰਦਾ, ਬਟ ਕੁਝ ਹੈਪਲੋਇਡ ਸੈਲਸ ਦੇ ਅੰਦਰ ਵੀ ਹੁੰਦਾ। ਜਿਹੜਾ ਮਿਓਸਿਸ ਉਹ ਹਮੇਸ਼ਾ ਡਿਪਲੋਇਡ ਸੈਲਸ ਦੇ ਅੰਦਰ ਹੋਏਗਾ, which are destined to form gametes। It is called reduction division। रिडक्शन डिवीजन होगी क्योंकि ਇਹਦਾ क्रोमोसोम नंबर हाफ ਨਾਲ ਰਿਡਿਊਸ ਹੋ ਜਾਂਦਾ ਹੈ। in sexual reproduction when the gametes fuse ਹੋ ਜਾਣਗੇ ਤੇ क्रोमोसोम ਨੰਬਰ ਵੀ ਰੀਸਟੋਰ ਹੋ ਜਾਂਦਾ ਹੈ to the value in the parent। ਸੈਕਸ਼ੂਅਲ ਰਿਪਰੋਡਕਸ਼ਨ ਹੋਏਗਾ, ਜੋ ਗੈਮੀਟਸ ਹੈ ਉਹ ਫਿਊਜ਼ ਹੋਣਗੇ। ਜਿਹੜੇ ਗੈਮੀਟਸ ਹੈ ਉਹ ਹੈਪਲੋਇਡ ਹੁੰਦੇ, ਕਿਵੇਂ ਬਣਦੇ ਨੇ, ਮਿਓਸਿਸ ਨਾਲ ਬਣਦੇ ਨੇ, ਠੀਕ ਹੈ। ਫਿਰ ਜਦੋਂ ਫਰਟੀਲਾਈਜ਼ ਕਰਕੇ ਜ਼ਾਈਗੋਟ ਬਣਾਉਣਗੇ ਤਾਂ ਕ੍ਰੋਮੋਸੋਮ ਨੰਬਰ ਪੇਰੈਂਟਸ ਦੇ ਅੰਦਰ ਰੀਸਟੋਰ ਹੋ ਜਾਂਦਾ ਹੈ। ਹੁਣ ਜਿਹੜਾ ਮਿਓਸਿਸ ਹੈ ਉਹ 2 ਫੇਜ਼ ਦੇ ਅੰਦਰ ਡਿਵਾਈਡਡ ਹੈ, ਮਿਓਸਿਸ 1 ਤੇ ਮਿਓਸਿਸ 2। ਇਨ ਦੀ ਫਰਸਟ ਡਿਵੀਜ਼ਨ ਆਫ ਮਿਓਸਿਸ ਹੋਮੋਲੋਗਸ ਕ੍ਰੋਮੋਸੋਮਸ ਪੇਅਰ ਕਰਦੇ ਨੇ ਬਾਇਵੈਲੈਂਟ ਬਣਾਉਣ ਲਈ, ਠੀਕ ਹੈ। ਫਿਰ ਉਸ ਤੋਂ ਬਾਅਦ ਉਹਨਾਂ ਦੇ ਅੰਦਰ ਕ੍ਰਾਸਿੰਗ ਓਵਰ ਹੁੰਦੀ ਹੈ। ਮਿਓਸਿਸ 1 ਹੈਜ਼ ਅ ਲੌਂਗ ਪ੍ਰੋਫੇਜ਼ ਜਿਹੜਾ ਅੱਗੇ 5 ਫੇਜ਼ ਅੰਦਰ ਡਿਵਾਈਡਡ ਹੈ, ਲੈਪਟੋਟੀਨ, ਜ਼ਾਈਗੋਟੀਨ, ਪੈਕਟੀਨ, ਡਿਪਲੋਟੀਨ ਐਂਡ ਡਾਇਕਾਈਨੇਸਿਸ। ਇਹਦੇ ਨਾਲ ਦੱਸਿਆ ਗਿਆ ਸੀ ਡਿਕਟੋਟੀਨ ਕਰਕੇ ਫੇਜ਼ ਹੁੰਦੇ ਜਿਹਨੂੰ ਪ੍ਰੋਲੋਂਗਡ ਡਿਪਲੋਟੀਨ ਹੁੰਦਾ, ਤੇ ਡਿਪਲੋਟੀਨ ਦੇ ਅੰਦਰ ਕਾਫੀ ਸਾਰੇ ਵਰਟੀਬ੍ਰੇਟਸ ਦੇ ਅੰਦਰ ਅਰੈਸਟ ਹੋ ਜਾਂਦੀ ਹੈ ਡਿਵੀਜ਼ਨ, ਜਿਵੇਂ ਕਿ ਫॉर ਐਗਜ਼ਾਮਪਲ ਹਿਊਮਨਸ। ਉਸ ਤੋਂ ਬਾਅਦ ਹਿਊਮਨਸ ਦੇ ਅੰਦਰ ਕੀ ਹੁੰਦਾ ਕਿ ਪਿਊਬਰਟੀ ਜਦੋਂ ਹਿੱਟ ਕਰਦੀ ਹੈ ਫੀਮੇਲਸ ਦੇ ਅੰਦਰ, ਡਿਪਲੋਟੀਨ ਤੋਂ ਹੀ ਸੈਲ ਡਿਵੀਜ਼ਨ ਮਿਓਸਿਸ ਅੱਗੇ ਕੰਟੀਨਿਊ ਹੁੰਦਾ ਹੈ ਤੇ ਜ਼ਾਈਗੋਟ ਨਹੀਂ, ਉਸ ਸਾਈਡ ਦੇ ਅੰਦਰ ਹੈਪਲੋਇਡੀ ਹੁੰਦੀ ਹੈ ਤੇ ਜ਼ਾਈਗੋਟ ਫਾਰਮੇਸ਼ਨ ਨਾਲ ਜਾਂ ਫਿਰ ਫਰਟੀਲਾਈਜੇਸ਼ਨ ਨਾਲ ਉਹ ਡਿਪਲੋਇਡੀ ਰੀਸਟੋਰ ਹੋ ਜਾਂਦੀ ਹੈ। ਹੁਣ ਕੀ ਹੁੰਦਾ, ਡਿਊਰਿੰਗ ਮੈਟਾਫੇਜ਼ 1 ਜਿਹੜੇ ਬਾਇਓਲੈਂਸ ਹੁੰਦੇ ਉਹ ਇਕੁਆਟੋਰੀਅਲ ਪਲੇਟ ਤੇ ਅਲਾਈਨ ਹੋ ਜਾਂਦੇ ਨੇ ਤੇ ਇਟ ਇਜ਼ ਫੋਲੋਡ ਬਾਈ ਐਨਾਫੇਜ਼। ਐਨਾਫੇਜ਼ ਅੰਦਰ ਹੋਮੋਲੋਗਸ ਕ੍ਰੋਮੋਸੋਮਸ ਜਿਹੜੇ ਹੁੰਦੇ ਨੇ ਉਹ ਆਪੋਜ਼ਿਟ ਪੋਲਸ ਤੇ ਜਾਂਦੇ ਨੇ। ਹੁਣ ਫੇਰ ਤਾਂ ਧਿਆਨ ਦੇਣ ਵਾਲੀ ਗੱਲ ਹੈ ਕਿ ਹੋਮੋਲੋਗਸ ਕ੍ਰੋਮੋਸੋਮਸ ਬੋਲਿਆ ਗਿਆ ਉਹਦੇ ਤੇ ਇਕੁਆਟੋਰੀਅਲ ਪਲੇਟ ਤੇ ਵੀ 2 ਇਕੁਆਟੋਰੀਅਲ ਪਲੇਟਸ ਬਣ ਜਾਂਦੇ ਕਿਉਂਕਿ 2 ਲਾਈਨਸ ਦੇ ਅੰਦਰ ਅਰੇਂਜ ਹੁੰਦੇ ਨੇ। But both their
move to opposite poles both their chromatids कि chromatid centromere splitting नहीं ਹੁੰਦੀ chromatid division नहीं ਹੁੰਦੀ है कि एक ਸੈੱਲ ਦੇ ਅੰਦਰ ਜਾਣਗੇ ਦੋਨੋਂ ਇੱਕ ਹੀ ਸੈੱਲ ਦੇ ਅੰਦਰ ਜਾਂਦੇ ਨੇ ਹੁਣ ਹਰ ਪੋਲ ਤੇ ਹਾਫ ਆਫ ਕ੍ਰੋਮੋਸੋਮ ਨੰਬਰ ਹੁੰਦਾ ਉਹ ਮਿਲ ਜਾਂਦਾ ਪੇਰੈਂਟ ਸੈੱਲ ਦੇ ਅੰਦਰ ਠੀਕ ਹੈ ਹੁਣ ਜਿਹੜਾ ਟੀਲੋਫੇਜ਼ 1 ਹੈ ਉਹਦੇ ਨਾਲ ਨਿਊਕਲੀਅਰ ਮੈਂਬਰੇਨ ਹੁੰਦੀ ਹੈ ਤੇ ਨਿਊਕਲੀਓਲਸ ਹੁੰਦਾ ਉਹ ਰੀਸਟੋਰ ਹੋ ਜਾਂਦਾ ਜਿਹੜਾ ਮਿਓਸਿਸ 2 ਹੈ ਇਹਦੇ ਵਿੱਚ ਇੱਕ ਇੰਟਰਕਾਈਨੇਸਿਸ ਫੇਸ ਆਏਗਾ ਜਿਹਦੇ ਨਾਲ G1 ਤੇ G2 ਫੇਸਿਸ ਹੋਣਗੇ ਬਟ S ਫੇਸ ਨਹੀਂ ਹੋਣਗੇ ਕਿਉਂਕਿ ਆਪਾਂ ਨੇ DNA ਰੈਪਲੀਕੇਸ਼ਨ ਨਹੀਂ ਕਰਨੀ ਹੈ ਕਿਉਂਕਿ ਆਪਣੇ DNA ਕੰਟੈਂਟ ਨੂੰ ਹਾਫ ਕਰਨਾ ਤੇ ਜਿਹੜਾ ਮਿਓਸਿਸ 2 ਹੁੰਦਾ ਇਟ ਇਜ਼ ਸਿਮਿਲਰ ਟੂ ਮਾਈਟੋਸਿਸ ਹੁਣ ਡਿਊਰਿੰਗ ਐਨਾਫੇਜ਼ 2 ਜਿਹੜੇ ਸਿਸਟਰ ਕ੍ਰੋਮੈਟਿਡਸ ਹੁੰਦੇ ਨੇ ਉਹ ਸੈਪਰੇਟ ਹੋ ਜਾਂਦੇ ਨੇ ਤੇ ਐਂਡ ਆਫ ਮਾਈਟੋਸਿਸ ਆਪਾਂ ਨੂੰ 4 ਹੈਪਲੋਇਡ ਸੈਲਸ ਮਿਲਦੇ ਨੇ end of mitosis 4 haploid cells ਇਸ ਨਾਲ ਆਪਣਾ ਚੈਪਟਰ ਹੋ ਜਾਂਦਾ ਬਟ ਹੁਣ ਆਪਾਂ ਐਕਸਰਸਾਈਜ਼ ਡਿਸਕਸ ਕਰਾਂਗੇ ਕਿ ਐਕਸਰਸਾਈਜ਼ ਅੰਦਰ ਕੀ ਹੈ ਹੁਣ ਪੁੱਛਿਆ ਗਿਆ ਕੁਐਸਚਨ ਕਿ ਵਾਟ ਇਜ਼ ਦੀ ਐਵਰੇਜ ਲਾਈਫ ਸਪੈਨ ਆਫ ਅ ਮੈਮੇਲੀਅਨ ਸੈਲ ਠੀਕ ਹੈ ਇਹ ਆਪਾਂ ਨੂੰ ਅੰਦਰ ਚੈਪਟਰ ਦੀ ਸਟਾਰਟਿੰਗ ਚ ਜਦੋਂ ਆਪਾਂ ਨੇ ਪੜਿਆ ਸੀ ਕਿ ਐਵਰੇਜ ਲਾਈਫ ਸਾਈਕਲ ਕੀ ਹੈ 24 ਆਵਰਸ ਹੁੰਦਾ ਐਵਰੇਜ ਲਾਈਫ ਸਾਈਕਲ ਮੈਮੇਲੀਅਨ ਸੈਲ ਦਾ ठीक है और भी एमसीक्यू बन सकते हैं वो याद कर सकते हो तुसी हम पूछे कि डिस्टिंग्विश बिटवीन साइटोकाइनेसिस ਤੇ ਕੈਰੀਓਕਾइनेसिस साइटोकाइनेसिस ਦੇ ਅੰਦਰ ਕੀ ਹੁੰਦਾ ਡਿਵੀਜ਼ਨ ਆਫ ਸਾਈਟੋਪਲਾਜ਼ਮ ਹੁੰਦਾ ਤੇ ਕੈਰੀਓਕਾइनेसिस ਦੇ ਅੰਦਰ ਕੀ ਹੁੰਦਾ ਡਿਵੀਜ਼ਨ ਆਫ ਡੀਐਨਏ ਮਟੀਰੀਅਲ ਹੁੰਦਾ ਹੁਣ ਇਹ ਆਪਾਂ ਨੂੰ ਕਿੱਥੇ ਦਿੱਤਾ ਗਿਆ ਇਹ ਬਿਲਕੁਲ ਸੈਕੰਡ ਪੇਜ ਆਫ ਦ ਚੈਪਟਰ ਦਿੱਤਾ ਗਿਆ ਉਹਨੇ ਦੱਸਿਆ ਗਿਆ ਕਿ ਜਿਹੜਾ ਡਿਵੀਜ਼ਨ ਆਫ ਡਾਟਰ ਕ੍ਰੋਮੋਸੋਮ ਹੈ ਉਹਨੂੰ ਆਪਾਂ ਬੋਲਦੇ ਕੈਰੀਓਕਾइनेसिस ਤੇ ਡਿਵੀਜ਼ਨ ਆਫ ਸਾਈਟੋਪਲਾਜ਼ਮ ਨੂੰ ਬੋਲਦੇ ਸਾਈਟੋਕਾइनेसिस ਫਿਰ ਆਏਗਾ ਕਿ ਡਿਸਕ੍ਰਾਈਬ ਦੀ ਇਵੈਂਟਸ ਟੇਕਿੰਗ ਪਲੇਸ ਡਿਊਰਿੰਗ ਇੰਟਰਫੇਸ ਇੰਟਰਫੇਸ ਦੇ ਅੰਦਰ ਕਿਹੜੇ ਇਵੈਂਟਸ ਹੁੰਦੇ ਨੇ ਇਹਨੂੰ ਆਪਾਂ ਕੀ ਦੱਸਾਂਗੇ ਕਿ ਇੰਟਰਫੇਸ ਦੇ ਅੰਦਰ 3 ਫੇਜ਼ ਹੁੰਦੇ G1 S ਤੇ G2 ਫਿਰ ਉਹਦੀ ਆਪਾਂ ਡਾਇਗਰਾਮ ਬਣਾ ਸਕਦੇ ਜਿਹੜੇ ਆਪਾਂ ਚੈਪਟਰ ਦੇ ਸਟਾਰਟ ਤੇ ਦੇਖੀ ਸੀ ਤੇ ਡਾਇਗਰਾਮ ਦੇ ਬੇਸਿਸ ਤੇ ਹਰ ਇੱਕ ਫੇਜ਼ ਦੇ ਕੀ ਹੁੰਦਾ G1 ਦੇ ਅੰਦਰ ਹੋ ਸਕਦੀ ਕਿ ਪ੍ਰੋਟੀਨ ਤੇ ਆਰਗਨਲ ਰੈਪਲੀਕੇਸ਼ਨ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਆਰਐਨਏ ਸਿੰਥੇਸਿਸ ਹੁੰਦਾ ਸਾਈਟੋਪਲਾਜ਼ਮ ਗਰੋਥ ਹੁੰਦੀ ਹੈ ਇਸ ਦੇ ਅੰਦਰ ਆਪਾਂ ਨੂੰ DNA ਰੈਪਲੀਕੇਸ਼ਨ ਹਿਸਟੋਨ ਰੈਪਲੀਕੇਸ਼ਨ ਤੇ ਸੈਂਟਰੋਇਡ ਰੈਪਲੀਕੇਸ਼ਨ ਮਿਲਦਾ G2 ਦੇ ਅੰਦਰ ਆਪਾਂ ਨੂੰ ਫਿਰ ਤੋਂ ਸੈਲ ਗਰੋਥ ਮਿਲਦੀ ਹੈ ਟਿਊਬਲਿਨ ਪ੍ਰੋਟੀਨ ਸਿੰਥੇਸਿਸ ਹੁੰਦਾ ਗੋਲਜੀ ਮਾਈਟੋਕੌਂਡਰੀਆ ਰੈਪਲੀਕੇਸ਼ਨ ਹੁੰਦੀ ਹੈ ਤੇ ਸੈਲ ਗਰੋਥ ਕੰਟੀਨਿਊ ਹੁੰਦੀ ਹੈ ਹੁਣ ਪੁੱਛੇ ਕੁਇਸੈਂਟ ਫੇਜ਼ ਕੀ ਹੁੰਦਾ ਸੈਲ ਸਾਈਕਲ ਦਾ ਜਿਹਨੂੰ G0 ਫੇਜ਼ ਬੋਲਦੇ ਆ ਹੁਣ ਜਿਹੜੇ ਕੁਝ ਸੈਲਸ ਆ ਇਹ ਆਪਾਂ ਨੂੰ ਥਰਡ ਫੇਜ਼ ਆਫ ਦ ਚੈਪਟਰ ਤੇ ਮਿਲੇਗਾ ਉਹ ਕੀ ਕਰਦੇ ਨੇ ਐਗਜ਼ਿਟ G1 ਫੇਜ਼ ਠੀਕ ਹੈ ਐਗਜ਼ਿਟ G1 ਫੇਜ਼ ਠੀਕ ਹੈ then and enter an inactive state ਜਿਹਨੂੰ quiescent stage ਬੋਲਦੇ ਆ ਇਹਦੇ ਅੰਦਰ ਕੀ ਹੁੰਦਾ ਕਿ ਜਿਹੜੇ ਸੈਲਸ ਹੁੰਦੇ ਨੇ ਉਹ ਮੈਟਾਬੋਲਿਕਲੀ ਤਾਂ ਐਕਟਿਵ ਹੋਣਗੇ ਬਟ ਉਹ no longer proliferate ਮਤਲਬ no longer multiply ਮੈਟਾਬੋਲਿਕਲੀ ਐਕਟਿਵ ਹੋਣਗੇ ਜਿਹੜੇ ਵੀ ਟਿਸ਼ੂ ਲਈ ਉਹ ਸਪੈਸ਼ਲਾਈਜ਼ ਹੋਇਆ ਉਹ ਸੈਲ ਉਹ ਕੰਮ ਕਰੇਗਾ ਬਟ ਉਹ ਡਿਵਾਈਡ ਨਹੀਂ ਕਰੇਗਾ ਬਟ if ਜ਼ਰੂਰਤ ਪਈ ਕਦੇ ਸੈਲ ਇੰਜਰੀ ਹੋ ਗਈ ਜਾਂ ਫਿਰ ਕੁਝ ਹੋਰ ਸੈਲ ਨੂੰ ਰਿਪਲੇਸ ਕਰਨਾ ਉਹਦੇ ਜਾ ਕੇ ਹੀ ਡਿਵਾਈਡ ਕਰਦੇ ਨੇ ਦੇ ਡਿਵਾਈਡ when they are called upon to do so ਤਾਂ ਉਹ ਹੋ ਗਿਆ quiescent phase of cell cycle ਹੁਣ ਆਂਦੇ why is mitosis called equational division mitosis ਨੂੰ equational division ਕਿਉਂ ਬੋਲਦੇ ਕਿਉਂਕਿ ਉਹਦੇ ਅੰਦਰ ਜਿਹੜਾ chromosome ਨੰਬਰ ਹੈ ਉਹ ਮੇਨਟੇਨ ਰਹਿੰਦਾ ਹੈ ਨਾਲੇ ਉਹਦੇ ਅੰਦਰ ਜਿਹੜਾ DNA ਕੰਟੈਂਟ ਹੈ ਉਹ ਵੀ ਮੇਨਟੇਨ ਰਹਿੰਦਾ ਹੈ ਜਿਹੜਾ ਅਗਰ ਡਿਪਲੋਇਡ ਦੇ ਅੰਦਰ ਮਾਈਟੋਸਿਸ ਹੋ ਰਿਹਾ ਹੈ ਤਾਂ ਸੈਲ ਡਿਪਲੋਇਡ ਹੀ ਰਹੇਗਾ ਅਗਰ ਹੈਪਲੋਇਡ ਦੇ ਅੰਦਰ ਮਾਈਟੋਸਿਸ ਹੋ ਰਿਹਾ ਤਾਂ ਸੈਲ ਹੈਪਲੋਇਡ ਹੀ ਰਹੇਗਾ ਹੁਣ ਪੁੱਛੇਗਾ ਨੇਮ ਦ ਸਟੇਜ ਆਫ ਸਾਈਕਲ ਐਟ ਵਿਚ ਵਨ ਆਫ ਦ ਫੋਲੋਇੰਗ ਇਵੈਂਟਸ ਅਕਰ हम सबसे पहले पूछेंगे क्रोमोसोम्स आर मूव्ड टू स्पिंडल इक्वेटर ਹੁਣ ਸਪਿੰਡਲ ਇਕਵੇਟਰ ਤੇ ਅਗਰ ਕ੍ਰੋਮੋਸੋਮਸ ਮੂਵ ਹੋ ਰਹੇ ਹਨ ਤਾਂ ਆਪਾਂ ਇਹਨੂੰ ਬੋਲਾਂਗੇ ਮੈਟਾਫੇਜ਼ ਇਕਵੇਟਰ ਮਤਲਬ ਸਪਿੰਡਲ ਦੇ ਸੈਂਟਰ ਤੇ ਹੁਣ ਐਮਐਸ ਸੈਲ ਹੈ ਉਹਦੇ ਸੈਂਟਰੋਇਲਸ ਹੈ ਉਹਦੇ में स्पिंडल कॉम्प्लेक्स फॉर्मेशन हो रही है ਤੇ ਸਪਿੰਡਲ ਇਕਵੇਟਰ ਹੈ ਜਾਂ ਫਿਰ ਇਹਨੂੰ ਬੋਲਾਂਗੇ ਕਿ ਮੈਟਾਫੇਜ਼ ਪਲੇਟ ਹੈ ਅਗਰ ਉਹਦੇ ਇਹਦੇ ਉੱਤੇ ਮੂਵ ਹੋਣਗੇ
ਤੇ ਇਹਨੂੰ ਬੋਲਿਆ ਜਾਏਗਾ ਮੈਟਾਫੇਜ਼। ਹੁਣ ਪੁੱਛਿਆ ਗਿਆ ਹੈ ਕਿ सेंट्रोमेर splits and chromatids separate, ये हो जाएगा एनाफेज। ठीक है, एनाफेज ਦੇ ਅੰਦਰ ਹੀ ਆਪਾਂ ਦੇਖੀਏ ਕਿ ਸਪਲਿਟਿੰਗ ਹੋ ਜਾਂਦੀ ਹੈ ਤੇ ਸਪਲਿਟਿੰਗ ਹੋਣ ਤੋਂ ਬਾਅਦ ਜਿਹੜੇ ਸਿਸਟਰ ਕ੍ਰੋਮੈਟਿਡਸ ਉਹ ਸੈਪਰੇਟ ਹੋ ਜਾਂਦੇ ਨੇ, ਤਾਂ एनाफेज। ਫਿਰ ਉਸ ਤੋਂ ਬਾਅਦ ਪੇਅਰਿੰਗ ਬਿਟਵੀਨ ਹੋਮੋਲੋਗਸ ਕ੍ਰੋਮੋਸੋਮਸ ਟੇਕਸ ਪਲੇਸ। ਪੇਅਰਿੰਗ ਕਦੋਂ ਹੁੰਦੀ? ਜ਼ਾਈਗੋਟੀਨ ਦੇ ਅੰਦਰ ਹੀ ਪੇਅਰਿੰਗ ਹੁੰਦੀ ਹੋ ਜਾਂਦੀ ਹੈ, ਬਟ ਉਹਨਾਂ ਦੀ ਸੈਪਰੇਸ਼ਨ ਕਦੋਂ, ਮਤਲਬ ਸੈਪਰੇਸ਼ਨ ਨਹੀਂ, ਕ੍ਰੋਸਿੰਗ ਓਵਰ ਕਦੋਂ ਹੁੰਦੀ ਹੈ? ਪੈਕੇਟੀਨ ਦੇ ਅੰਦਰ। ਇਹ ਟਰਮੀਨਾਈਜੇਸ਼ਨ ਹੁੰਦਾ ਡਾਇਕਾਈਨੇਸਿਸ ਦੇ ਅੰਦਰ। ਕ੍ਰੋਸਿੰਗ ਓਵਰ ਬਿਟਵੀਨ ਹੋਮੋਲੋਗਸ ਕ੍ਰੋਮੋਸੋਮਸ, ਅਗਲਾ ਕੁਐਸਚਨ ਆ ਗਿਆ ਹੈ, ਇਹ ਹੋਊਗਾ ਪੈਕੇਟੀਨ ਦੇ ਅੰਦਰ। ਹੁਣ ਡਿਸਕ੍ਰਾਈਬ ਦੀ ਫੋਲੋਇੰਗ ਸਾਇਨਾਪਸਿਸ, ਬਾਇਵੈਲੈਂਟ ਤੇ ਕਿਆਜ਼ਮੇਟਾ। ਠੀਕ ਹੈ, ਸਾਇਨਾਪਸਿਸ ਹੁੰਦਾ ਉਹ ਪ੍ਰੋਸੈਸ ਜਦੋਂ ਦੋ ਕ੍ਰੋਮੋਸੋਮਸ ਦੇ ਅੰਦਰ ਕ੍ਰੋਸਿੰਗ ਓਵਰ ਜਾਂ ਫਿਰ ਉਹ ਓਵਰਲੈਪ ਕਰਕੇ ਇੱਕ ਕੰਪਲੈਕਸ ਬਣਾਉਂਦੇ, ਜਿਹਨੂੰ ਬੋਲਦੇ ਸਾਇਨੈਪਟੋਨੀਮਲ ਕੰਪਲੈਕਸ। ਉਸ ਪ੍ਰੋਸੈਸ ਨੂੰ ਸਾਇਨਾਪਸਿਸ ਬੋਲਦੇ ਆ। ਬਾਇਵੈਲੈਂਟ ਜਦੋਂ ਦੋ ਕ੍ਰੋਮੋਸੋਮਸ ਦਾ ਕੰਪਲੈਕਸ ਬਣ ਗਿਆ ਉਹਨੂੰ ਬਾਇਵੈਲੈਂਟ ਬੋਲਦੇ ਆ। ਕਿਆਜ਼ਮੇਟਾ ਜਿਹੜੇ ਆ ਐਗ ਸ਼ੇਪਡ ਸਟਰਕਚਰਸ ਬਚ ਕੇ ਕ੍ਰੋਸਿੰਗ ਓਵਰ ਤੋਂ ਬਾਅਦ ਉਹਨੂੰ ਕਿਆਜ਼ਮੇਟਾ ਬੋਲਦੇ। ਇੱਕ ਵਾਰ ਇਹਨਾਂ ਦੀ ਆਪਾਂ ਡੈਫੀਨੇਸ਼ਨ ਦੇਖ ਲੈਂਦੇ ਹਾਂ ਜਿਹੜੇ ਚੈਪਟਰ ਦੇ ਅੰਦਰ ਦਿੱਤੀ ਗਈ ਹੈ। ਹੁਣ ਆ ਦੇਖੋ, synapses ਕੀ ਹੈ? During the stage of chromosome, the chromosomes start pairing together and the process of association is called synapses. ਹੁਣ bivalent, ਇਹਦੇ ਨਾਲ ਕੀ ਹੁੰਦਾ ਕਿ pair of synapsed homologous chromosomes ਨੂੰ bivalent ਬੋਲਦੇ ਨੇ। ਅੱਗੇ ਪੁੱਛਿਆ ਗਿਆ ਸੀਗਾ ਕਿ ਕਿਆਜ਼ਮੇਟਾ ਕੀ ਹੁੰਦਾ। ਹੁਣ ਡਿਪਲੋਟੀਨ ਦੇ ਅੰਦਰ ਡਿਸੋਲੂਸ਼ਨ ਆਫ ਸਾਇਨੈਪਟੋਨੀਮਲ ਕੰਪਲੈਕਸ ਹੋ ਗਿਆ ਤੇ ਟੈਂਡੈਂਸੀ ਆਫ ਰੀਕੰਬੀਨੇਸ਼ਨ ਕ੍ਰੋਮੋਸੋਮਸ ਦਾ ਕੀ ਹੁੰਦਾ ਹੈ? ਦੇ ਸੈਪਰੇਟ ਫਰਮ ਈਚ ਅਦਰ ਐਕਸੈਪਟ ਐਟ ਦ ਸਾਈਟ ਆਫ ਕ੍ਰੋਸਓਵਰਸ। ਹਰ ਜਗ੍ਹਾ ਸੈਪਰੇਟ ਹੁੰਦੇ ਆ, ਬਟ ਜਿੱਥੇ ਸੈਪਰੇਟ ਨਹੀਂ ਹੁੰਦੇ ਐਟ ਦ ਸਾਈਟ ਆਫ ਕ੍ਰੋਸਓਵਰਸ ਉੱਥੇ ਇੱਕ ਐਗ ਸ਼ੇਪਡ ਸਟਰਕਚਰਸ ਬਣਦੇ ਨੇ, ਉਹਨਾਂ ਨੂੰ ਕੀ ਬੋਲਦੇ ਨੇ? ਕਿਆਜ਼ਮੇਟਾ। ਹੁਣ ਆਏਗਾ ਅਗਲਾ ਕੁਐਸਚਨ। ਅਗਲਾ ਕੁਐਸਚਨ ਆ ਗਿਆ, ਹਾਊ ਡਸ ਸਾਈਟੋਕਾਈਨੇਸਿਸ ਇਨ ਪਲਾਂਟਸ ਡਿਫਰ ਫਰਮ दैट इन एनिमल्स। ਇਹ ਤਾਂ ਮਲਟੀਪਲ ਟਾਈਮਸ ਦੱਸਿਆ ਜਾ ਚੁੱਕਿਆ ਕਿ ਐਨੀਮਲ ਸੈਲਸ ਦੇ ਅੰਦਰ ਐਵੇਂ ਇੱਕ ਸੈਂਟਰਲ ਫਰੋ ਬਣਦੀ ਹੈ ਤੇ ਫਰੋ ਕੰਸਟ੍ਰਿਕਟ ਹੁੰਦੀ ਜਾਂਦੀ ਹੈ ਤੇ ਸੈਲਸ ਦੋ ਸੈਪਰੇਟ ਹੋ ਜਾਂਦੇ ਨੇ। ਬਟ ਹੁਣ ਪਲਾਂਟ ਸੈਲਸ ਦੇ ਅੰਦਰ ਕੀ ਹੁੰਦਾ ਕਿ ਉਹਨਾਂ ਦੇ ਜਿਹੜੇ ਸੈਲ ਵਾਲ ਹੁੰਦੇ ਆ ਉਹ ਇਨਫਲੈਕਸੀਬਲ ਹੈ। ਇੱਕ ਸੈਲ ਵਾਲ ਰਹੇਗੀ, ਉਸਦੇ ਅੰਦਰ ਸੈਲ ਮੈਂਬਰੇਨ ਰਹੇਗੀ। ਹੁਣ ਸੈਲ ਵਾਲ ਤੇ ਇਨਫਲੈਕਸੀਬਲ ਐਵੇਂ ਫਰੋ ਨਹੀਂ ਬਣ ਸਕਦਾ ਕਿ ਫਰੋ ਦੇ ਥਰੂ ਉਹਨਾਂ ਦੀ ਸਾਈਟੋਕਾਈਨੇਸਿਸ ਹੋ ਜਾਏ, ਇਸ ਕਰਕੇ ਸੈਂਟਰ ਦੇ ਅੰਦਰ ਇੱਕ ਸੈਲ ਪਲੇਟ ਬਣਦੀ ਹੈ। ਠੀਕ ਹੈ, ਸੈਲ ਪਲੇਟ ਦੇ ਅੰਦਰ ਕੀ ਹੁੰਦੇ ਮਿਡਲ ਲੈਵਲ ਨੂੰ ਰਿਪਰੈਜ਼ੈਂਟ ਕਰਦੀ ਹੈ। ਮਤਲਬ ਡਿਪੋਜੀਸ਼ਨ ਆਫ ਮਟੀਰੀਅਲ ਹੁੰਦੇ ਜਾਏਗਾ ਤੇ ਇਵੈਂਚੁਅਲੀ ਇੱਕ ਸੈਲ ਵਾਲ ਤੇ ਮੈਂਬਰੇਨ ਬਣ ਜਾਏਗੀ ਤੇ ਵਿੱਚ ਉਹਨਾਂ ਦੇ ਵਿੱਚ ਕਨੈਕਸ਼ਨਸ ਬਣਨਗੇ ਜਿਹਨੂੰ ਮਿਡਲ ਲੈਮਲਾ ਬਣਾਉਂਗੇ। Find examples where four daughter cells from meiosis are equal in size and where they are found unequal in size. Equal in size आएगा spermatogenesis, ठीक है। Unequal in size आएगा oogenesis। कि फीमेल्स के अंदर जो आप देखते हैं कि oocyte डिवाइड हो रहा है तो एक ओवम बनता है ते पोलर बॉडी 2 बनती है ਤੇ ਮਿਓਸਿਸ ਬਣਨ ਤੋਂ ਬਾਅਦ oocyte ਬਣਦਾ ਤੇ ਪੋਲਰ ਬੋਡੀ 1 ਬਣਦੀ ਹੈ। ਇਹਨੂੰ ਹੁਣ ਪੋਲਰ ਬੋਡੀ ਕਿਉਂ ਬੋਲਦੇ? ਕਿਉਂਕਿ ਅਨਇਕੁਅਲ ਡਿਵੀਜ਼ਨ ਹੁੰਦੀ ਹੈ। ਮੈਜੋਰਿਟੀ ਆਫ ਦ ਸਾਈਟੋਪਲਾਜ਼ਮ ਇਜ਼ ਗਿਵਨ ਟੂ ਵਨ ਆਫ ਦ ਸੈਲਸ। ਕਿ ਦੂਜੇ ਸੈਲ ਦੇ ਅੰਦਰ ਬਹੁਤ ਘੱਟ ਸਾਈਟੋਪਲਾਜ਼ਮ ਹੁੰਦੇ ਆ, ਉਹ ਬੇਸਿਕਲੀ ਡੰਪ ਦੀ ਤਰ੍ਹਾਂ ਐਕਟ ਕਰਦੇ ਜਿੱਥੇ ਐਕਸਟਰਾ ਕ੍ਰੋਮੋਸੋਮਸ ਛੱਡ ਸਕਦੇ ਹੋ। ਹੁਣ ਡਿਸਟਿੰਗੁਇਸ਼ ਬਿਟਵੀਨ ਐਨਾਫੇਜ਼ ਆਫ ਮਾਈਟੋਸਿਸ ਐਂਡ ਐਨਾਫੇਜ਼ 1 ਆਫ ਮਿਓਸਿਸ। ਹੁਣ ਕੀ ਹੁੰਦਾ? ਐਨਾਫੇਜ਼ 1 ਦੇ ਅੰਦਰ ਆਪਾਂ ਨੇ ਪੜਿਆ ਕਿ ਇੱਕ ਸਿੰਗਲ ਪਲੇਟ ਬਣੇਗੀ ਤੇ ਸਾਰੇ ਕ੍ਰੋਮੋਸੋਮਸ ਐਵੇਂ ਅਲਾਈਨ ਹੋਣਗੇ ਤੇ ਉਹਦੇ ਸਪਿੰਡਲ ਫਾਈਬਰਸ ਜਿਹੜੇ ਇੱਕ ਕ੍ਰੋਮੋਸੋਮ ਦੇ ਦੋਨੋਂ ਕਾਈਨੇਟੋਕੋਰਸ ਨਾਲ ਅਟੈਚ ਹੋਣਗੇ। ਵੇਅਰਐਸ ਐਨਾਫੇਜ਼ 2 ਦੇ ਅੰਦਰ ਕੀ ਹੋਏਗਾ? ਦੋ ਪਲੇਟਸ ਬਣਦੀਆਂ ਨੇ ਤੇ ਐਵੇਂ ਕ੍ਰੋਮੋਸੋਮਸ ਦੋ ਪਲੇਟਸ ਤੇ ਅਲੋਂਗ ਅਲਾਈਨ ਹੋਣਗੇ ਤੇ ਜਿਹੜਾ ਸਪਿੰਡਲ ਫਾਈਬਰ ਹੈ ਉਹ ਸਿਰਫ ਇੱਕ ਕਾਈਨੇਟੋਕੋਰ ਨਾਲ ਅਟੈਚ ਹੁੰਦਾ। ਠੀਕ ਹੈ, ਤੇ ਹੁਣ ਉਹਦੇ ਸੈਂਟਰੋਮੀਅਰ ਸਪਲਿਟਿੰਗ ਹੋਏਗੀ ਤੇ ਸਿਸਟਰ ਕ੍ਰੋਮੈਟਿਡਸ ਸੈਪਰੇਟ ਹੋ ਜਾਣਗੇ। ਉਹਦੇ ਸੈਂਟਰੋਮੀਅਰ ਸਪਲਿਟਿੰਗ ਨਹੀਂ ਹੋਏਗੀ, ਹੋਲ ਕ੍ਰੋਮੋਸੋਮ ਆਪੋਜ਼ਿਟ ਐਂਡਸ ਤੇ ਮੂਵ ਕਰਨਗੇ ਤੇ ਕ੍ਰੋਮੋਸੋਮ ਨੰਬਰ ਹਾਫ ਹੋ ਜਾਏਗਾ। ਮੇਨ ਡਿਫਰੈਂਸ ਬਿਟਵੀਨ ਮਾਈਟੋਸਿਸ ਐਂਡ ਮਿਓਸਿਸ, ਮੇਨ ਡਿਫਰੈਂਸ ਦੇ ਅੰਦਰ ਤਾਂ ਇਹੀ ਆ ਜਾਏਗਾ ਕਿ ਇਹਦੇ ਅੰਦਰ
ਹੈਪਲੋਇਡੀ ਜਾਂ ਡਿਪਲੋਇਡੀ ਮੇਨਟੇਨ ਰਹਿੰਦੀ ਹੈ, ਜਿਹਦੇ ਹਾਈਪਲੋਇਡ ਹੋ ਜਾਂਦੇ, ਫਿਰ ਇੱਕ ਨੰਬਰ ਆਫ ਕ੍ਰੋਮੋਸੋਮਸ ਇੱਕ ਸਪੀਸ਼ੀਜ਼ ਦੇ ਅੰਦਰ ਮੇਨਟੇਨ ਕਰਕੇ ਰੱਖਦੇ, ਇਹ ਬੋਡੀ ਦੀ ਰਿਕਵਰੀ 'ਚ ਹੈਲਪ ਕਰਦੇ ਜਦੋਂ ਵੀ ਕੋਈ ਵੂੰਡ ਜਾਂ ਇੰਜਰੀ ਹੋ ਜਾਏ। ਐਵੇਂ ਐਵੇਂ ਕਰਕੇ ਤੁਸੀਂ ਫਿਰ ਮੇਨ ਡਿਫਰੈਂਸਿਸ ਦੇ ਅੰਦਰ ਆ ਜਾਏਗਾ ਕਿ ਇਹਨਾਂ ਦੇ ਐਮ ਫੇਜ਼ ਸੈਪਰੇਟ ਹੁੰਦੇ, ਇਹਦੇ ਅੰਦਰ 2 ਐਮ ਫੇਜ਼ ਹੁੰਦੇ ਆ, ਐਮ ਫੇਜ਼ 1 ਤੇ ਐਮ ਫੇਜ਼ 2, ਮਿਓਸਿਸ 1 ਤੇ ਮਿਓਸਿਸ 2। ਇੰਦਰ ਇੱਕ ਸਿੰਗਲ ਹੁੰਦੇ, ਰੀਕੰਬੀਨੇਸ਼ਨ ਟੇਕਸ ਪਲੇਸ, ਨੋ ਰੀਕੰਬੀਨੇਸ਼ਨ। ਫਿਰ ਪੂਰਾ ਜਿੰਨਾ ਵੀ ਮਿਓਸਿਸ 1 ਵਾਲੀ ਚੀਜ਼ ਆ ਸਾਰੀ ਉਹਦੇ ਦੱਸੀਆਂ ਜਾ ਸਕਦੀਆਂ ਨੇ। And what is the significance of mitosis? ਉਹ ਜਸਟ ਦੱਸਿਆ ਤੁਹਾਨੂੰ ਕਿ ਸਪੀਸ਼ੀਜ਼ ਦੇ ਅੰਦਰ ਕ੍ਰੋਮੋਸੋਮ ਨੰਬਰ ਮੇਨਟੇਨ ਕਰਨ ਲਈ। ਹੁਣ ਆ ਗਿਆ ਕੁਝ ਡਿਸਕਸ ਵਾਲੇ ਕੁਐਸਚਨਸ ਕਿ ਹੈਪਲੋਇਡ ਇਨਸੈਕਟਸ ਦੇ ਲੋਅਰ ਪਲਾਂਟਸ ਦੇ ਅੰਦਰ where cell division occur and some haploid cells in higher plants where cell division does not occur. ਹੁਣ ਇਹਦੇ ਅੰਦਰ ਕੁਝ ਸਪੈਸੀਫਿਕ ਆਪਾਂ ਨੂੰ ਮਿਲ ਜਾਣਗੇ ਪਲਾਂਟਸ, ਇਹਦੇ ਐਗਜ਼ਾਮਪਲਸ ਚ ਲੱਭ ਸਕਦੇ ਹੋ। ਤੇ ਸਭ ਹੈਪਲੋਇਡ ਸੈਲਸ ਜਿਹਦੇ ਅੰਦਰ ਹਾਇਰ ਪਲਾਂਟਸ ਦੇ ਅੰਦਰ ਸੈਲ ਡਿਵੀਜ਼ਨ ਨਹੀਂ ਹੁੰਦੀ ਹੈ, ਇਹ ਵੀ ਤੁਸੀਂ ਲੱਭ ਸਕਦੇ ਹੋ। ਇਹ ਐਕਟੀਵਿਟੀ ਵਾਲਾ ਕੁਐਸਚਨ ਹੈ। ਹੁਣ ਆਏਗਾ can there be mitosis without DNA replication in S phase? नहीं, मतलब there can there be mitosis without DNA replication in S phase? ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਆਪਣੇ ਕੋਲ ਇੱਕ ਇੰਟਰਾ S ਚੈੱਕ ਪੁਆਇੰਟ ਤੇ G2 ਚੈੱਕ ਪੁਆਇੰਟ ਹੁੰਦਾ, G2M ਚੈੱਕ ਪੁਆਇੰਟ, ਜਿੱਥੇ ਮੇਕ ਸ਼ੋਰ ਕੀਤਾ ਜਾਂਦਾ ਕਿ DNA ਰੈਪਲੀਕੇਸ਼ਨ ਹੋ ਚੁੱਕਿਆ ਹੈ, DNA ਮਟੀਰੀਅਲ ਡਬਲ ਹੋ ਚੁੱਕੀ, ਉਸ ਤੋਂ ਬਾਅਦ ਹੀ ਮਾਈਟੋਸਿਸ ਹੁੰਦਾ ਹੈ। Can there be DNA replication without cell division? Obviously ਹੋ ਸਕਦੇ ਨਾ ਬਹੁਤ ਵਾਰ ਕਿ ਜਿਵੇਂ ਆਪਾਂ ਨੇ ਪੜਿਆ ਕਿ ਹੁਣ ਇਸ ਫੇਸ ਤਾਂ ਕ੍ਰਾਸ ਹੋ ਗਿਆ ਬਟ ਉਸ ਤੋਂ ਬਾਅਦ ਕੋਈ ਫਾਲਟੀ ਰੈਪਲੀਕੇਸ਼ਨ ਜਾਂ ਸੈਲ ਸਾਈਕਲ ਦੇ ਅੰਦਰ ਕੋਈ ਫਾਲਟ ਆ ਗਿਆ, ਇੱਥੇ ਸੈਲ ਡਿਵਾਈਡ ਨਹੀਂ ਕਰ ਪਾਇਆ ਬਟ DNA ਰੈਪਲੀਕੇਸ਼ਨ ਹੋ ਗਈ ਹੈ, ਤਾਂ ਉਹ ਸੈਲ DNA ਰੈਪਲੀਕੇਸ਼ਨ ਹੋ ਗਈ ਹੈ ਬਟ ਸੈਲ ਡਿਵੀਜ਼ਨ ਨਹੀਂ ਹੋਈ ਹੈ। ਸਪੋਜ਼ ਜਿਵੇਂ ਹੁਣ ਆਪਾਂ ਨੇ ਮਾਈਟੋਟਿਕ ਪੋਇਜ਼ਨਸ ਪੜ੍ਹੇ ਸੀ, ਉਹਨਾਂ ਸਭ ਦੇ ਅੰਦਰ DNA ਰੈਪਲੀਕੇਸ਼ਨ ਹੋ ਗਈ ਹੈ, ਇਸ ਫੇਸ ਕ੍ਰਾਸ ਹੋ ਚੁੱਕੀ ਹੈ, ਚਾਹੇ ਕੋਲਚਿਸਿਨ ਹੋਵੇ, ਚਾਹੇ ਮਸਟਰਡ ਗੈਸ ਹੋਵੇ, ਚਾਹੇ ਟੈਕਸੋਲ ਹੋਵੇ। Nanda analyzed the events during every stage of cell cycle and notice how the following two parameters change: number of chromosome ਤੇ amount of chromosome per cell। ਹੁਣ ਇਹ ਤਾਂ ਮੈਂ ਦੱਸ ਹੀ ਚੁੱਕੀ ਹਾਂ ਕਿ ਕਿਵੇਂ ਕਿਵੇਂ ਹੁੰਦਾ, ਆਪਾਂ ਨੇ ਪ੍ਰੋਪਰ ਟੇਬਲ ਬਣਾਇਆ। ਹੁਣ ਇਹ ਥੋੜਾ ਇੱਕ ਈਜ਼ੀ ਚੀਜ਼ ਦਿੱਤੀ ਗਈ ਕਿ ਅਮਾਊਂਟ ਆਫ DNA ਨੂੰ C ਨਾਲ ਰਿਪਰੈਜ਼ੈਂਟ ਕੀਤਾ, ਨੰਬਰ ਆਫ ਕ੍ਰੋਮੋਸੋਮ ਨੂੰ 2N ਨਾਲ ਰਿਪਰੈਜ਼ੈਂਟ ਕੀਤਾ। ਤਾਂ ਆਪਾਂ ਫੇਰ ਤੋਂ ਇੱਕ ਵਾਰ ਹੋਰ ਐਕਸਰਸਾਈਜ਼ ਕਰਦੇ ਹਾਂ ਸੇਮ, ਤਾਂ ਕਿ ਆਪਾਂ ਨੂੰ ਕੋਈ ਕਨਫਿਊਜ਼ਨ ਨਾ ਰਹੇ ਕਦੇ ਵੀ। ਸਭ ਤੋਂ ਪਹਿਲਾਂ ਆਏਗਾ ਮਾਈਟੋਸਿਸ ਲਈ, ਮਾਈਟੋਸਿਸ ਨਹੀਂ, ਪਹਿਲਾਂ ਆਪਾਂ ਇੰਟਰਫੇਸ ਲਈ ਕਰਦੇ ਹਾਂ, ਫਿਰ ਉਸ ਤੋਂ ਬਾਅਦ ਮਾਈਟੋਸਿਸ ਲਈ, ਫਿਰ ਮਿਓਸਿਸ ਲਈ। मतलब इंटरफेस ਲਈ ਤਾਂ ਦੋਨੋਂ ਸੇਮ ਹੀ ਰਹੇਗਾ ਨਾ, ਇੰਟਰਫੇਸ, ਮਾਈਟੋਸਿਸ ਤੇ ਮਿਓਸਿਸ। ਠੀਕ ਹੈ, ਸਭ ਤੋਂ ਪਹਿਲਾਂ ਆਏਗਾ ਫੇਸ, क्रोमोसोम नंबर, DNA कंटेंट, माइटोसिस स्टेज, क्रोमोसोम, DNA स्टेज, क्रोमोसोम, DNA। हम सब तो पहले आएगा G1 फेज। G1 फेज तो अपन ऐसा क्रोमोसोम नंबर बोलना नहीं चाहिए क्योंकि ਉਸ ਟਾਈਮ ਤੇ ਜਿਹੜੇ ਕ੍ਰੋਮੋਸੋਮਸ ਹੁੰਦੇ ਉਹ ਡੀਕੰਡੈਂਸਡ ਫੇਸ ਤੇ ਹੁੰਦੇ, ਕੰਡੈਂਸਡ ਫੇਸ ਤੇ ਨਹੀਂ ਹੁੰਦੇ, ਬਟ ਠੀਕ ਹੈ ਸਟਿਲ। ਹੁਣ ਜਿਹੜਾ ਆਪਾਂ ਉਰੇ ਕੀ ਲਵਾਂਗੇ 2N ਐਸ ਡਿਪਲੋਇਡ। ਵੈਸੇ ਤਾਂ ਨੰਬਰ ਆਫ ਕ੍ਰੋਮੋਸੋਮਸ N ਬੋਲਿਆ ਗਿਆ ਫॉर ਡਿਪਲੋਇਡ ਸੈਲ, ਬਟ ਫॉर ਈਜ਼ੀਅਰ ਕਿ ਆਪਾਂ ਨੂੰ ਬਾਅਦ ਚੋਂ ਹਾਫ ਨਾਲ ਨਾ ਡੀਲ ਕਰਨਾ ਪਵੇ, ਆਪਾਂ 2N ਲੈ ਲਾਂਗੇ ਤੇ C ਫॉर ਡਿਪਲੋਇਡ। So let's take it N only, ताकि जब मैं क्वेश्चन लिए बोलिया गया वो में करांगे। C है डिप्लॉयड। ਹੁਣ ਕੀ ਆਏਗਾ ਸਭ ਤੋਂ ਪਹਿਲਾਂ G1 ਦੇ ਅੰਦਰ ਕ੍ਰੋਮੋਸੋਮ ਨੰਬਰ N ਤੇ DNA ਕੰਟੈਂਟ C। ਹੁਣ S ਫੇਸ ਦੇ ਅੰਦਰ ਵੀ N ਬੋਲਾਂਗੇ ਜਾਂ ਫਿਰ ਇਟਸ ਬੈਟਰ ਨਾਟ ਟੂ ਸੇ ਦੀ ਕ੍ਰੋਮੋਸੋਮ ਨੰਬਰ ਤੇ DNA ਕੰਟੈਂਟ 2C, G2N ਤੇ 2C। ਹੁਣ ਆਏਗਾ ਮਾਈਟੋਸਿਸ ਦਾ प्रोफेज ਦੇ ਅੰਦਰ ਆਏਗਾ ਕ੍ਰੋਮੋਸੋਮ ਨੰਬਰ ਕੀ ਆਏਗਾ N ਤੇ DNA ਕੰਟੈਂਟ 2C।
मेटाफेज N2C, एनाफेज। एनाफेज के अंदर भी क्रोमोसोम नंबर N रहेगा, डीएनए कंटेंट 2C। मुझे आपका क्रोमैटिड भी ऐड कर देंगे। क्रोमैटिड वैसे क्रोमैटिड में दस दूंगी, हाफ क्रोम होएगा। टीलोफेज टीलोफेज ਲਈ भी N ਤੇ 2C। ਉਸ ਤੋਂ ਬਾਅਦ ਮਤਲਬ ਐਨਾਫੇਜ਼ ਅੰਦਰ ਸਪਲਿਟਿੰਗ ਹੋ ਜਾਂਦੀ ਹੈ ਕ੍ਰੋਮੋਸੋਮਸ ਦੀ, ਤਾਂ 2N ਤੇ ਉਰੇ ਵੀ 2N। एनाफेज के सेंटर में स्प्लिटिंग होएगी तो क्रोमोसोम नंबर डबल हो जाएगा। तो N साइटोकाइनेसिस तो बाद हाफ हो जाएगा N ते C। बनाएगा मियोसिस। प्रोफेज 1 क्रोमोसोम नंबर कितना रहेगा N, डीएनए कंटेंट 2C। मेटाफेज 1 क्रोमोसोम नंबर N, डीएनए कंटेंट 2C। एनाफेज 1 chromosome number N because there is no splitting of centromere, DNA content 2C। telophase 1 chromosome N, DNA content 2C। हो जाएगा interkinesis। chromosome number half of N the DNA content C। prophase 2 प्रोफेज 2 ਦੇ ਅੰਦਰ क्रोमोसोम नंबर हाफ N ਤੇ DNA कंटेंट C। फिर मेटाफेज के अंदर क्रोमोसोम नंबर हाफ ਤੇ DNA कंटेंट C। एनाफेज के अंदर क्रोमोसोम नंबर डबल हो जाने क्योंकि स्प्लिटिंग ऑफ सेंट्रोमियर हो गया था N ਤੇ DNA कंटेंट C। तो इसको थोड़ा ऊपर शिफ्ट कर देंगे ताकि सारे आ जाए N C। टीलोफेज 2 पूरे भी N रहेगा C रहेगा, बट N ते साइटोकाइनेसिस तो आफ्टर लिखती है, आफ्टर साइटोकाइनेसिस क्रोमोसोम नंबर हाफ DNA content is to half। So with this we are completed with the chapter of cell division। ਇਹਨੂੰ ਅੱਛੀ ਤਰ੍ਹਾਂ ਇਹਦੀ NCERT ਪੜ੍ਹਨੀ, ਇਹਦੇ ਪ੍ਰੀਵੀਅਸ ਈਅਰ ਕੁਐਸਚਨਸ ਕਰਨੇ ਤੇ ਇਹਦੀ NCERT ਦੀ ਲਾਈਨਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਦੇ ਅੰਦਰ ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਤੇ ਕ੍ਰੋਮੋਸੋਮ ਨੰਬਰ DNA ਕੰਟੈਂਟ ਵਾਲੇ ਕੁਐਸਚਨ ਨਾਲ ਵੀ ਆਪਾਂ ਨੇ ਬਹੁਤ ਅੱਛੀ ਤਰ੍ਹਾਂ ਦੋ ਤਿੰਨ ਵਾਰ ਡੀਲ ਕਰ ਲਿਆ ਕਿ ਤਾਂ ਕਿ ਇਹਦੇ ਅੰਦਰ ਵੀ ਕੋਈ ਕਨਫਿਊਜ਼ਨ ਨਾ ਹੋਵੇ। ਬਾਕੀ ਇਸ ਚੈਪਟਰ ਚ NCERT ਲਾਈਨ ਅਗੇਨ ਆਈ ਐਮ ਸਟ੍ਰੈਸਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤਾਂ ਉਸ ਤੇ ਬਹੁਤ ਧਿਆਨ ਕਰਨਾ है। इस चैप्टर एक बार ओवरव्यू ਲਈ फिर तो देख लेना या फिर अच्छी तरह रीडिंग देनी थी। एनसीईआरटी ਚ इंपॉर्टेंट लाइंस ही मार्क कर लो ਤੇ एनसीईआरटी ਦੇ ਅੰਦਰ ਹੀ प्रीवियस ईयर क्वेश्चंस मार्क कर लो कि इस लाइन पे क्वेश्चन बन चुके, इस लाइन पे क्वेश्चन बन चुके। सो हैव अ गुड डे, हैप्पी लर्निंग।